ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਨਮਾਨ ਆਵਰ ਸਾਹਿਬੇ ਕਮਾਲ बारगाहे इनायत के मालक, कलयुगी जीवों के उद्धार करता, साहिबे सहाबा जोत रूप हर आप, महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत, गुरुदेव जी की महान इनायत का सदका साडे सारियां दे सिर ते मेहरमतमई रखे हाथ का सदका जीवन का अज का दिन भी प्राप्त होया और इस नवे दिन की जो नवे जन्म समान है शाम अजीज़ुल नवाज गनीमुल खराज पातशाह कादरे हर कार बेकसारा यार साहिब गुरु गोबिंद सिंह महाराज जी दे मुबारक चरण कमलों की खाक दे नाम करना नसीब होया। सतगुरु जी की अथाह निवाजिश का सदका सौदर चौंकी दे कीर्तन रहरास आरती अरदास अते महाराज जी दे हुक्मनामे आपने झोली च पाए हैं। हमारे एक है हरी हरी आन अवर संजान ना करी कि साडे हिरदे विच साडे जीवन विच ते साडे रोम रोम विच केवल परमात्मा ही परमात्मा है, निरंकार ही निरंकार है जो हर तरह के दुखों का हरण करदा है। उस तो बिना असी होर किसी नूं पछाणदे तक नहीं कौन है का है। महाराज जी दे महान पवित्र बचन गुरु अर्जन देव जी की रचना तो आपने सरवण कीते। कुछ समा होर साहिबे कमाल महिमा दे मालक मेरियां पीरियां दे दाते धन धन गुरु हरगोबिंद साहिब जी महाराज जिन्हां दा अज 415 साला मेरी पीरी दिवस है, सारी दुनिया ते मनाया जा रहा। दो तलवारी बधियां, एक मेरी दी एक पीर दी, एक अजमत दी एक राज दी, एक राखी करे वजीर दी। हिम्मत बाहां कोटगढ़ दरवाजा बलख बखीर दी, नाल सिपाही नल नील मार दुष्टां करे तगीर दी। ते फिर सजदा करते हुए बोल आखे पग तेरी की है जहांगीर दी। ऐसे दीन दयाल सतगुरु मेरियां पीरियां दे दाते गुरु हरगोबिंद साहिब जी का 415वां मेरी पीरी दिवस सारे जगत ते मनाया जा रहा। सर्वप्रथम इस महान दिवस दियां कोटां कोट मुबारकां साहिब जी दे जीवन दियां अमृत कथड़ियां राही मन गुरु चरनां नाल जुड़ सके।
ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਛੋਟੀ ਜਿਹੀ ਧਿਆਨ ਸਾਧਨਾ ਹੈ। ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਕਾਲ ਤਖਤ 'ਤੇ ਬਿਰਾਜੇ ਹੋਏ ਮਹਾਨ ਚਰਨ ਕਮਲਾਂ 'ਤੇ ਸੀਸ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਪ੍ਰੇਮ ਸਹਿਤ ਸਰਵਣ ਕਰਦਿਆਂ ਇਤਨਾ ਆਪਨੇ ਸਰਵਣ ਕੀਤਾ ਕਿ ਗੁਰੂਦੇਵ ਪਾਤਸ਼ਾਹ ਆਪਣੇ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ ਨੂੰ ਵਿਆਹੁਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਚੱਲ ਕੇ ਆਪਣੇ ਨਗਰ ਸ੍ਰੀ ਅੰਮ੍ਰਿਤਸਰ ਜੀ ਤੋਂ ਚੱਲ ਕੇ ਤੇ ਆਪਣੇ ਨਗਰ ਕਰਤਾਰਪੁਰ ਵਿੱਚ ਆਏ ਹਨ। ਅੱਗੋਂ ਭਾਈ ਪ੍ਰੇਮ ਚੰਦ ਜੀ ਨੇ ਤੇ ਮਹਾਰਾਜ ਜੀ ਦੀ ਸਮਝਣ ਸ਼ੋਭਾ ਦੇਈ ਜੀ ਨੇ ਬਹੁਤ ਸਨਮਾਨ ਕੀਤਾ। ਮਹਾਰਾਜ ਜੀ ਕੁਝ ਸਮਾਂ ਬਾਹਰ, ਜਿੱਥੇ ਧੰਨ ਧੰਨ ਮਾਤ ਗੰਗਾ ਜੀ ਦੇ ਪਾਵਨ ਨਾਮ 'ਤੇ ਗੰਗਸਾਰਾ ਸਥਾਨ ਮੌਜੂਦ ਹੈ। ਮਹਾਰਾਜ ਜੀ ਦਾ ਵੱਡਾ ਖੂਹ ਮੌਜੂਦ ਹੈ, ਉੱਥੇ ਟਿਕਾਣਾ ਕੀਤਾ ਤੇ ਫਿਰ ਮਹਾਰਾਜ ਜੀ ਦੇ ਸੰਬੰਧੀ ਪ੍ਰੇਮ ਚੰਦ ਜੀ ਬੇਨਤੀ ਕਰਕੇ ਤੇ ਘਰ ਦੇ ਅੰਦਰ ਲੈ ਗਏ। ਮਹਾਰਾਜ ਸੱਚੇ ਪਾਤਸ਼ਾਹ ਬੜੇ ਆਰਾਮ ਨਾਲ ਚਹਿਲ ਕਦਮੀ ਕਰਦੇ ਹੋਏ ਸਨੈ ਸਨੈ ਚਾਲਤ ਪੱਗ ਡਾਰਤ, ਬੜੇ ਹੌਲੀ ਹੌਲੀ ਆਪ ਚੱਲ ਰਹੇ ਨੇ, ਮਸਤ ਜਿਵੇਂ ਹਾਥੀ ਚੱਲਦਾ ਹੈ ਨਾ, ਬੜੀ ਆਨੰਦ ਦੀ ਚਾਲ, ਜਿਵੇਂ ਭਗਤਾਂ ਕੀ ਚਾਲ ਨਿਰਾਲੀ, ਆਰਾਮ ਨਾਲ ਪ੍ਰੇਮ ਨਾਲ। ਉਹ ਆਤਮ ਜੀਵਨ ਦੀ ਜੁਗਤ ਦਾ ਵੀ ਜ਼ਿਕਰ ਹੈ। ਜਿਤਨਾ ਹਿਰਦੇ ਵਿੱਚ ਸ਼ਾਂਤੀ ਹੈ, ਸਹਿਜ ਹੈ, ਟਿਕਾਓ ਠਹਿਰਾਓ ਹੈ, ਉਤਨੀ ਸਹਿਜ ਵਿੱਚ ਆਪ ਚੱਲਦੇ ਜਾ ਰਹੇ। ਫਿਰ ਹੌਲੀ ਹੌਲੀ ਲੋਕ ਹਜ਼ਾਰਾਂ ਦਰਸ ਨਿਹਾਰਤ ਤੇ ਹਜ਼ਾਰਾਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਨੇ। ਪ੍ਰੇਮ ਚੰਦ ਕੇ ਸਦਨ ਪ੍ਰਵੇਸ਼ੇ, ਲੇਕਰ ਸੰਗ ਬਰਾਤ ਅਸੇਸੇ। ਵੱਡੀ ਗਿਣਤੀ ਹੈ ਬਾਰਾਤ ਦੀ, ਸਾਰੀਆਂ ਸੰਗਤਾਂ ਮਾਨੋ ਬਾਰਾਤ ਵਿੱਚ ਹੀ ਆਈਆਂ ਨੇ। ਉਹਨਾਂ ਦੇ ਨਾਲ ਮਹਾਰਾਜ ਜੀ ਨਗਰ ਵਿੱਚ ਭਾਈ ਪ੍ਰੇਮ ਚੰਦ ਜੀ ਦੇ ਘਰ ਪ੍ਰਵੇਸ਼ ਕਰ ਰਹੇ ਹਨ। ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ। ਆਪਣੀ ਰਸਨਾ 'ਤੇ ਸਾਹਿਬ ਜੀ ਦੇ ਚਰਨ ਪਾਉਂਦਿਆਂ ਹੋਇਆਂ, ਪਾਵਨ ਕਦਮਾਂ ਦੀ ਕਦਮ ਬੋਸੀ ਕਰਦਿਆਂ ਆਖੀਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਚੰਦਨ ਚੌਕੀ ਕੋ ਡਸਵਾਏ। ਭਾਈ ਪ੍ਰੇਮ ਚੰਦ ਜੀ ਨੇ ਬੜੀ ਸ਼ਰਧਾ ਨਾਲ, ਪ੍ਰੇਮ ਨਾਲ ਮਹਾਰਾਜ ਜੀ ਦੇ ਬਿਰਾਜਣ ਵਾਸਤੇ ਚੰਦਨ ਦੀ ਚੌਕੀ ਬਣਵਾਈ। ਚੰਦਨ ਦੀ ਲੱਕੜ ਬਹੁਤ ਕੀਮਤੀ ਹੁੰਦੀ ਹੈ, ਅੱਜ ਕੱਲ੍ਹ ਵੀ ਉਹਦਾ ਬਹੁਤ ਮੁੱਲ ਹੈ।
ਤੇ ਤਸਕਰੀਆਂ ਵੀ ਲੋਕੀ ਕਰਦੇ ਹੋਏ ਦਿਖਾਈ ਪੈਂਦੇ ਨੇ। ਬਾਵਨ ਚੰਦਨ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ, ਜੋ ਸਦਾ ਹੀ ਸੁਗੰਧੀ ਪ੍ਰਦਾਨ ਕਰਦਾ। ਇਹਦੇ ਵਿੱਚ ਰਕਤ ਚੰਦਨ ਹੈ, ਸ਼ਵੇਤ ਚੰਦਨ ਹੈ, ਆਦਿਕ ਇਹਦੀਆਂ ਕਿਸਮਾਂ ਨੇ। ਤੇ ਨਿਰੀ ਖੁਸ਼ਬੂ ਕਰਕੇ ਹੀ ਚੰਦਨ ਮਹਾਨ ਨਹੀਂ ਹੈ, ਖੁਸ਼ਬੂ ਹੋਰ ਲੱਕੜੀਆਂ ਵਿੱਚ ਵੀ ਹੈਗੀ। ਜਿਵੇਂ ਚਿੱਕੜੀ ਹੈ, ਉਸ ਵਿੱਚ ਵੀ ਖੁਸ਼ਬੂ ਹੈ, ਹੋਰ ਲੱਕੜੀਆਂ ਹਨ, ਉਹਨਾਂ ਵਿੱਚ ਵੀ ਖੁਸ਼ਬੂ ਆਉਂਦੀ ਹੈ। ਪਰ ਇਹਨਾਂ ਵਿੱਚ ਇਹ ਹੈ ਕਿ ਇਹ ਪਾਣੀ 'ਤੇ ਤੈਰਦੀਆਂ ਨੇ ਸਾਰੀਆਂ, ਪਰ ਚੰਦਨ ਪਾਣੀ ਵਿੱਚ ਬੈਠ ਜਾਂਦਾ ਹੈ। ਚੰਦਨ ਵਿੱਚ ਇਹ ਖੂਬੀ ਹੈ, ਮਹਾਨਤਾ ਹੈ। ਤੇ ਫਿਰ ਐਸੇ ਚੰਦਨ ਦਾ ਮੁੱਲ ਪੈਂਦਾ ਹੈ। ਤੇ ਭਾਈ ਪ੍ਰੇਮ ਚੰਦ ਜੀ ਨੇ ਉਹ ਚੰਦਨ ਲੱਭ ਕੇ, ਜੋ ਵਪਾਰੀ ਚੰਦਨ ਦੀ ਲੱਕੜ ਦਾ ਵਪਾਰ ਕਰਦੇ ਹੋਣਗੇ, ਉਹਨਾਂ ਨਾਲ ਸੰਪਰਕ ਸਾਧ ਕੇ ਤੇ ਆਖਿਆ, ਮਹਾਰਾਜ ਜੀ ਨੇ ਪਹਿਲੀ ਦਫਾ ਮੇਰੇ ਘਰ ਚਰਨ ਪਾਉਣੇ ਨੇ, ਤੇ ਉਹ ਵੀ ਕੁੜਮ ਦੇ ਰੂਪ ਵਿੱਚ ਚਰਨ ਪਾਉਣੇ ਨੇ। ਸਤ ਸੰਤੋਖ ਕਰ ਭਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀ। ਸਤ ਹੈ ਉਹਨਾਂ ਵਿੱਚ, ਸੰਤੋਖ ਹੈ ਤੇ ਪ੍ਰੇਮ ਹੈ। ਕੁੜਮਾਂ ਦੇ ਰਿਸ਼ਤਿਆਂ ਵਿੱਚ ਇਹ ਤਿੰਨ ਗੁਣ ਚਾਹੀਦੇ ਨੇ, ਸਤ, ਸੰਤੋਖ ਤੇ ਭਾਵ। ਪਹਿਲੀ ਗੱਲ ਕਲੈਰਿਟੀ ਹੋਣੀ, ਰਿਸ਼ਤਿਆਂ ਨੂੰ ਤੈਅ ਕਰਨ ਲੱਗਿਆਂ ਸਾਰੀ ਗੱਲ ਕਲੀਅਰ ਹੋ ਜਾਏ। ਅੱਜ ਕੱਲ੍ਹ ਵੀ ਐਸਾ ਹੁੰਦਾ ਹੈ, ਰਿਸ਼ਤੇ ਹੁੰਦੇ ਨੇ ਅਤੇ ਜੇ ਕਲੈਰਿਟੀ ਨਾ ਹੋਵੇ ਫਿਰ ਰਿਸ਼ਤੇ ਨਿਭਦੇ ਨਹੀਂ, ਫਿਰ ਬਾਅਦ 'ਚ ਫਿੱਕ ਪੈ ਜਾਂਦੀ। ਰਿਸ਼ਤਿਆਂ ਦੀ ਗੱਲਬਾਤ ਚੱਲਦੀ ਹੈ ਅਤੇ ਪਹਿਲੇ ਲੋਕ ਕਹਿੰਦੇ ਜੀ ਅਸੀਂ ਤਾਂ ਕੁਝ ਨਹੀਂ ਲੈਣਾ, ਜੀ ਅਸੀਂ ਤਾਂ ਕੁਝ ਨਹੀਂ ਲੈਣਾ, ਅਤੇ ਮੁੜ ਕੇ ਫੋਰਚੂਨਰਾਂ ਮੰਗਣ ਲੱਗ ਪੈਂਦੇ ਨੇ, ਸਾਨੂੰ ਆਹ ਦਿਓ, ਸਾਨੂੰ ਆਹ ਦਿਓ। ਅਤੇ ਬੱਚੀ ਘਰ ਵਿੱਚ ਲਿਆ ਕੇ ਅਤੇ ਨੌਕਰਾਣੀਆਂ ਤੋਂ ਭੈੜਾ ਵਿਵਹਾਰ ਕਰਦੇ। ਔਰ ਕਈ ਤਾਂ ਇਹੋ ਜਿਹੇ ਭੈੜੇ ਲੋਕਾਂ ਦਾ ਪ੍ਰਤਾੜਨਾ ਦਾ ਸ਼ਿਕਾਰ ਹੋ ਕੇ ਖੁਦਕੁਸ਼ੀ ਕਰਦੀਆਂ ਨੇ। ਉਹਨਾਂ ਨੂੰ ਪਤਾ ਹੈ ਮਾਤਾ ਪਿਤਾ ਕੋਲ ਹੋਰ ਕੁਛ ਨਹੀਂ, ਆਪਣੀ ਜਾਨ ਦੇ ਜਾਂਦੀਆਂ। ਸਹੁਰਿਆਂ 'ਤੇ ਵੀ ਇਲਜ਼ਾਮ ਨਹੀਂ ਲਾ ਸਕਦੀਆਂ, ਮਾਤਾ ਪਿਤਾ ਦੀ ਕਮਜ਼ੋਰੀ ਵੀ ਜਾਣਦੀਆਂ, ਅਤੇ ਫਿਰ ਕਈਆਂ ਨੂੰ ਤਾਂ ਤੰਦੂਰਾਂ ਵਿੱਚ ਪਾ ਕੇ ਵੀ ਸਾੜ ਦਿੱਤਾ ਜਾਂਦਾ। ਪਹਿਲੇ ਕਲੈਰਿਟੀ ਹੋ ਜਾਏ ਕਿ ਲੈਣ ਦੇਣ ਕੋਈ ਨਹੀਂ ਕਰਨਾ, ਇਹ ਸੱਤ ਬੋਲਣਾ ਹੋਵੇ, ਅਤੇ ਫਿਰ ਸੰਤੋਖ ਹੋਵੇ। ਜਿਹੋ ਜਿਹਾ ਪ੍ਰਸ਼ਾਦਾ ਮਿਲ ਗਿਆ ਉਹ ਜਿਹਾ ਛਕ ਲਿਆ, ਬਹਿਸ ਨਹੀਂ ਕੀਤੀ ਵੀ ਆਹ ਨਹੀਂ ਬਣਾਇਆ, ਆਹ ਨਹੀਂ ਬਣਾਇਆ। ਕਈਆਂ ਦਾ ਦੇਖਣ ਵਿੱਚ ਆਉਂਦਾ, ਲੋਕ ਰੁੱਸ ਜਾਂਦੇ ਨੇ, ਇਹ ਸਬਜ਼ੀ ਨਹੀਂ ਬਣਾਈ, ਇਹ ਸਬਜ਼ੀ ਨਹੀਂ ਬਣਾਈ, ਇਹ ਦਾਲ ਨਹੀਂ ਬਣਾਈ। ਹੁਣ ਕੌਣ ਦੱਸੇ ਵੀ ਤੁਸੀਂ ਰਿਸ਼ਤਾ ਕਰਨ ਆਏ ਹੋ ਕਿ ਦਾਲ ਖਾਣ ਆਏ ਹੋ? ਇਹ ਵਿਵਹਾਰ ਜਿਹੜਾ ਮਹਾਰਾਜ ਨੇ ਨਿੰਦਨੀਏ ਦੱਸਿਆ। ਇਹ ਤਿੰਨ ਗੁਣ ਹੋਣੇ ਚਾਹੀਦੇ ਨੇ, ਸਤ, ਸੰਤੋਖ, ਕਰ ਭਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਮੇਰੇ ਘਰ ਵਿੱਚ ਸਤਿਗੁਰੂ ਜੀ ਨੇ ਆਉਣਾ ਅਤੇ ਕੁੜਮ ਦੇ ਰਿਸ਼ਤੇ ਵਿੱਚ ਆਉਣਾ ਹੈ। ਇਸ ਲਈ ਉਹਨਾਂ ਵਾਸਤੇ ਚੰਦਨ ਦੀ ਚੌਕੀ ਤਿਆਰ ਕਰਨੀ ਹੈ ਬੈਠਣ ਵਾਸਤੇ। ਉਹ ਚੰਦਨ ਦੀ ਚੌਕੀ ਬਣਵਾ ਕੇ ਉਸ ਨੂੰ ਡਸਵਾਇਆ ਗਿਆ, ਡਾਹਿਆ ਗਿਆ, ਉੱਪਰ ਸੋਹਣੇ ਸੋਹਣੇ ਆਸਤਰਨ ਵਿਛਾਏ ਗਏ, ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਲਈ ਉਹ ਚੰਦਨ ਦੀ ਚੌਂਕੀ ਤਿਆਰ ਕਰਾਈ। ਅੱਗੋਂ ਸਰਵਣ ਕਰੀਏ। ਉੱਪਰ ਸੇਤ ਬਸਤਰ ਕੋ ਪਾਏ, ਉੱਪਰ ਸਫੈਦ ਰੰਗ ਦਾ ਸੋਹਣਾ ਬਸਤਰ ਵਿਛਾਇਆ ਗਿਆ, ਗਦੇਲਾ ਵਿਛਾਇਆ ਗਿਆ। ਭਾਈ ਸਾਹਿਬ ਜੀ ਨੇ ਜਿਧਰੇ ਵੀ ਕਿਧਰੇ ਜ਼ਿਕਰ ਕੀਤਾ ਨਾ ਵਿਛਾਉਣੇ ਦਾ, ਅਤੇ ਸਫੈਦ ਦਾ ਜ਼ਿਆਦਾ ਕੀਤਾ ਹੈ। ਬਈ ਸਫੈਦ ਬਸਤਰ ਸੀ, ਕਿਧਰੇ ਕਿਧਰੇ ਸੂਈ ਨਾਲ ਕਢਾਈ ਕੀਤੀ ਹੋਈ ਬਸਤਰ ਦਾ ਜ਼ਿਕਰ ਕੀਤਾ। ਸਫੈਦ ਜਿਹੜਾ ਨਾ, ਇਹ ਸਾਰੇ ਰੰਗ ਜਿਤਨੇ ਉਹਨਾਂ ਵਿੱਚ ਰਾਜਾ ਕਲਰ ਹੈ, ਰਾਜਾ ਰੰਗ ਹੈ, ਕਿੰਗ ਕਲਰ ਹੈ ਸਫੈਦ। ਇਸ ਦੀ ਆਪਣੀ ਆਭਾ ਹੈ। ਇਹ ਗਰਮੀ ਨੂੰ ਅਬਜ਼ਰਵ ਨਹੀਂ ਕਰਦਾ, ਵਾਪਸ ਕਰ ਦਿੰਦਾ।
ਤੁਸੀਂ ਕਦੀ ਵੀ ਦੇਖ ਲੈਣਾ ਬਾਹਰ ਚੱਲਦੇ ਹੋਏ, ਕਾਲਾ ਪੱਥਰ ਵੀ ਲੱਗਿਆ ਹੋਇਆ ਪਰਿਕਰਮਾ 'ਚ, ਸਫੈਦ ਵੀ ਲੱਗਿਆ ਹੋਇਆ, ਤੇ ਕਾਲੇ ਰੰਗ ਦੇ ਪੱਥਰ 'ਤੇ ਪੈਰ ਰੱਖ ਕੇ ਦੇਖਣਾ, ਪੈਰ ਜਲੇਗਾ, ਗਰਮੀ ਦੇਵੇਗਾ, ਉਹ ਹੀਟ ਆਬਜ਼ਰਵ ਕਰ ਲੈਂਦਾ, ਗਰਮੀ ਨੂੰ ਆਪਣੇ ਵਿੱਚ ਸਮੋ ਲੈਂਦਾ। ਤੇ ਜਿਹੜਾ ਸਫੈਦ ਹੁੰਦਾ ਉਸ 'ਤੇ ਪੈਰ ਰੱਖ ਕੇ ਚਲੋ, ਧੁੱਪ ਵਿੱਚ ਵੀ ਠੰਡਾ ਠਾਰ ਹੁੰਦਾ, ਉਹ ਗਰਮੀ ਨੂੰ ਨਹੀਂ ਰੱਖਦਾ, ਰਿਫਲੈਕਟ ਕਰ ਦਿੰਦਾ, ਵਾਪਸ ਕਰ ਦਿੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਤਾਂ ਹੈ ਹੀ, ਕੋਈ ਕੁਝ ਆਖਦਾ ਰਹੇ, ਕੋਈ ਬੁਰਾ ਕਹੋ, ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਢਾਰ। ਇੱਥੇ ਵਿਰੋਧ, ਇੱਥੇ ਕ੍ਰੋਧ, ਇੱਥੇ ਬਦਲੇ ਦੀ ਭਾਵਨਾ ਨਹੀਂ ਹੁੰਦੀ। ਤੇ ਹਿਰਦਾ ਸਫੈਦ ਹੁੰਦਾ ਹੈ, ਪਵਿੱਤਰ ਹੁੰਦਾ ਹੈ। ਇਹ ਰੰਗ ਸਭ ਤੋਂ ਮਹਾਨ ਹੈ। ਤੇ ਰਾਜਿਆਂ ਰੰਗਾਂ ਦੀ ਦੁਨੀਆ ਵਿੱਚ ਇਹ ਰਾਜਾ ਰੰਗ ਹੈ। ਤੇ ਮੈਨੂੰ ਲੱਗਦਾ ਮਹਾਰਾਜ ਖੁਦ ਵੀ ਇਸ ਰੰਗ ਨੂੰ ਪਸੰਦ ਕਰਦੇ ਸਨ, ਤਾਂ ਹੀ ਬਾਰ-ਬਾਰ ਇਹ ਜ਼ਿਕਰ ਹੈ ਬਈ ਸਫੈਦ ਆਸਤਰਨ ਵਿਛਾਇਆ ਗਿਆ, ਸਫੈਦ ਚਾਦਰਾਂ ਪਾਈਆਂ ਗਈਆਂ ਮਹਾਰਾਜ ਜੀ ਦੀ ਚੌਂਕੀ 'ਤੇ। ਹਾਂਜੀ, ਤਿਸ ਪਰ ਸਾਦਰ ਗੁਰੂ ਬਿਠਾਏ। ਤੇ ਫਿਰ ਉਸ ਚੰਦਨ ਦੀ ਚੌਂਕੀ 'ਤੇ ਸੋਹਣਾ ਸਫੈਦ ਚਾਦਰਾ ਵਿਛਾ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ, ਬੰਦਨਾ ਕਰਕੇ ਤੇ ਸਤਿਕਾਰ ਸਹਿਤ ਬਿਠਾਇਆ ਗਿਆ। ਅਪਰ ਪੰਕ ਤੇ ਅਨਕ ਲਗਾਏ। ਤੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਲਾਈਨਾਂ ਵਿੱਚ ਪੰਕਤੀਆਂ ਲਗਾ ਕੇ ਬੈਠ ਗਈਆਂ ਹਨ। ਵਿੱਚ ਸੋਬਤ ਸ੍ਰੀ ਹਰਿ ਗੋਬਿੰਦ। ਤੇ ਸਾਰੀ ਸੰਗਤ ਦੇ ਵਿਚਕਾਰ ਛੇਵੇਂ ਪਾਤਸ਼ਾਹ, ਛੇਵੇਂ ਗੁਰੂ ਨਾਨਕ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ, ਸਭ ਦੇ ਵਿਚਕਾਰ ਆਪ ਚੰਦਨ ਦੀ ਚੌਕੀ 'ਤੇ ਬਿਰਾਜੇ ਹੋਏ ਹਨ। ਉੱਡ ਬ੍ਰਿੰਦਨ ਮਹਿ ਚੰਦ ਮਨਿੰਦ। ਤੇ ਇਸ ਤਰ੍ਹਾਂ ਮਹਾਰਾਜ ਜੀ ਦੀ ਸ਼ੋਭਾ ਬਣੀ ਹੋਈ ਹੈ ਜਿਵੇਂ ਰਾਤ ਸਾਫ਼ ਹੋਵੇ, ਚਾਨਣੀ ਹੋਵੇ ਤੇ ਚਾਰੋਂ ਪਾਸੇ ਸਿਤਾਰੇ ਚਮਕ ਰਹੇ ਹੋਣ ਦੇ ਵਿੱਚ ਚੰਨ ਹੋਵੇ। ਇਸ ਤਰ੍ਹਾਂ ਉਡਗਣ ਦੇ ਵਿੱਚ ਜਿਵੇਂ ਚੰਦਰਮਾ ਸ਼ੋਭਦਾ ਹੈ, ਇਸ ਤਰ੍ਹਾਂ ਮਹਾਨ ਬ੍ਰਹਮ ਗਿਆਨੀਆਂ ਦੇ ਇਕੱਠ ਵਿੱਚ, ਗੁਰਸਿੱਖਾਂ ਦੇ ਇਕੱਠ ਵਿੱਚ, ਮਹਾਨ ਸੰਤ ਸਿਪਾਹੀ ਸੂਰਮਿਆਂ ਦੀ ਫੌਜ ਦੇ ਵਿੱਚ, ਰਿਸ਼ਤੇਦਾਰ, ਪਰਿਵਾਰ ਤੇ ਸੰਬੰਧੀਆਂ ਤੇ ਗੁਰਸਿੱਖ ਸੰਗਤਾਂ ਦੇ ਵਿਚਕਾਰ ਮਹਾਰਾਜ ਚੰਦ ਮਨਿੰਦ ਸ਼ੋਭ ਰਹੇ ਹਨ। ਸੂਪਕਾਰ ਤਤ ਛਿਨ ਚਲ ਆਏ। ਤੇ ਜਦ ਮਹਾਰਾਜ ਜੀ ਇਸ ਤਰ੍ਹਾਂ ਬੈਠੇ, ਹੋਰ ਪੰਗਤਾਂ ਲੱਗ ਗਈਆਂ ਤੇ ਸੂਪਕਾਰ, ਲੰਗਰ ਬਣਾਉਣ ਵਾਲੇ, ਵਰਤਾਉਣ ਵਾਲੇ, ਲੰਗਰ ਲੈ ਕੇ, ਭੋਜਨ ਲੈ ਕੇ, ਤਰ੍ਹਾਂ ਤਰ੍ਹਾਂ ਕਈ ਪ੍ਰਕਾਰ ਦੇ ਆਪ ਪਹੁੰਚੇ ਹਨ। ਰੋਸ਼ਨ ਲਾਗ ਆਸਨ ਸਮੁਦਾਏ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਜੀ ਨੇ ਲਿਖਿਆ ਹੈ ਕਿ ਪਰਸਨ ਲਾਗ ਆਸਨ ਸਮੁਦਾਏ, ਸਾਰੀ ਬਾਰਾਤ ਨੂੰ ਤਰ੍ਹਾਂ ਤਰ੍ਹਾਂ ਦੇ ਆਸਨ ਸਮੁਦਾਏ ਬਹੁਤ ਸਾਰੇ ਪਰੋਸਣ ਲੱਗ ਪਏ ਹਨ। ਦੂਸਰ ਚੌਂਕੀ ਪਰ ਧਰ ਠਾਰ। ਇੱਕ ਚੰਦਨ ਦੀ ਚੌਂਕੀ 'ਤੇ ਮਹਾਰਾਜ ਸਾਹਿਬ ਜੀ ਨੂੰ ਬਿਰਾਜਮਾਨ ਕਰਾਇਆ ਗਿਆ, ਬਿਰਾਜੇ ਹਨ। ਤੇ ਉਸੇ ਤਰ੍ਹਾਂ ਦੀ ਸਾਹਮਣੇ ਇੱਕ ਚੌਂਕੀ ਹੋਰ ਰੱਖੀ ਜਿਸ ਵਿੱਚ ਅਨੇਕਾਂ ਹੀ ਪਦਾਰਥ ਪਾ ਕੇ ਵੱਡਾ ਥਾਲ ਮਹਾਰਾਜ ਜੀ ਦੇ ਸਾਹਮਣੇ ਸਜਾਇਆ ਗਿਆ। ਗੁਰ ਆਗੈ ਖਟ ਰਸਨ ਆਹਾਰ। ਔਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਖਟ ਰਸ, ਜਿਹੜੇ ਜ਼ਬਾਨ ਨਾਲ ਮਾਣਨ ਵਾਲੇ ਹੁੰਦੇ ਨੇ, ਜਿਨ੍ਹਾਂ 'ਚ ਮਿੱਠਾ, ਖੱਟਾ, ਤੁਰਸ, ਸਲੂਣਾ, ਕੌੜਾ ਆਦਿਕ, ਇਹ ਜਿਹੜੇ ਸਾਰੇ ਰਸ ਨੇ, ਇਹਨਾਂ ਨੂੰ ਖਟ ਰਸ ਆਖਿਆ ਜਾਂਦਾ ਹੈ। ਉਸ ਤਰ੍ਹਾਂ ਦੇ ਸਵਾਦਾਂ ਵਾਲੇ, ਭਾਵ ਅਨੇਕ ਸਵਾਦਾਂ ਦੇ ਨਾਲ ਭਰੇ ਹੋਏ ਸਵਾਦਿਸ਼ਟ ਪਦਾਰਥ ਰੱਖੇ ਗਏ। ਉਤੇ ਚਤੁਰ ਤਤ ਛਿਨ ਸਭ ਆਗੇ। ਬੜੇ ਸਿਆਣੇ ਸੇਵਾਦਾਰ ਮਹਾਰਾਜ ਜੀ ਸਮੇਤ ਸਭ ਸੰਗਤਾਂ ਦੀ, ਬਾਰਾਤੀਆਂ ਦੀ ਸੇਵਾ ਕਰ ਰਹੇ ਹਨ। ਭੋਜਨ ਤਰਿਓ ਖਾਨ ਗਨ ਲਾਗੇ। ਬਹੁਤ ਸਾਰਿਆਂ ਦੇ ਸਾਹਮਣੇ ਭੋਜਨ ਦੇ ਥਾਲ ਪਰੋਸ ਕੇ ਰੱਖੇ ਗਏ।
ਤੇ ਬਹੁ ਗਿਣਤੀ ਵਿੱਚ ਜੋ ਬਾਰਾਤ ਪਹੁੰਚੀ ਹੈ ਉਹ ਸਾਰੇ ਛਕਣ ਲੱਗ ਪਏ ਹਨ। ਸਿਰ ਕਰ ਤਾਰ ਪੂਰੇ ਕੀ ਨਾਰੀ। ਔਰ ਇਸ ਤਰ੍ਹਾਂ ਦੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਜਿਤਨੇ ਭਾਈ ਪ੍ਰੇਮ ਚੰਦ ਜੀ ਦੇ ਰਿਸ਼ਤੇਦਾਰ ਹਨ, ਨਿਕਟਵਰਤੀ ਹਨ, ਸਾਰੇ ਜਿਨ੍ਹਾਂ ਦੀਆਂ ਇਸਤਰੀਆਂ ਸਾਰੀਆਂ ਚੜ ਕੋਠਨ ਪਰ ਉਮੜੀ ਸਾਰੀ। ਉਹ ਸਾਰੀਆਂ ਕੋਠਿਆਂ ਤੇ ਚੜ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਪਈਆਂ ਤੇ ਨਾਲੇ ਦੂਲੇ ਦੇ ਲਾੜਾ ਬਾਬਾ ਸੂਰਜਮਲ ਜੀ ਉਹਨਾਂ ਦੇ ਦਰਸ਼ਨ ਕਰ ਰਹੀਆਂ ਹਨ। ਪ੍ਰਥਮ ਦਰਸ ਕਰ ਦ્વੈ ਕਰ ਜੋਰੇ। ਪਹਿਲਾਂ ਉਹ ਦੀਦਾਰ ਕਰ ਰਹੀਆਂ ਹਨ ਤੇ ਫਿਰ ਦੋਵੇਂ ਹੱਥ ਮਹਾਰਾਜ ਜੀ ਦੇ ਸਨਮਾਨ ਵਿੱਚ ਜੋੜਦੀਆਂ ਹਨ। ਬੰਧਨ ਕਰੀ ਸਭਿਨ ਗੁਰ ਓਰੇ। ਇਹ ਸਾਰਿਆਂ ਨੇ ਗੁਰੂ ਪਾਤਸ਼ਾਹ ਜੀ ਦੇ ਚਰਨ ਕਮਲਾਂ ਤੇ ਨਮਸਕਾਰਾਂ ਕੀਤੀਆਂ। ਮਨ ਮੈਂ ਭਇਓ ਆਨੰਦ ਕਨੇਰਾ। ਦਰਸ਼ਨ ਕਰਕੇ ਮਹਾਰਾਜ ਜੀ ਦਾ ਨਮਸਕਾਰਾਂ ਕਰਕੇ ਮਨ ਵਿੱਚ ਬਹੁਤ ਆਨੰਦ ਹੈ ਸਾਰਿਆਂ ਦੇ। ਤਉ ਪਈ ਉਤ ਸਭ ਬਸ ਸਾਰੀ। ਫਿਰ ਵੀ ਜਿਹੜਾ ਸਾਰੇ ਉਤਸਵ ਹੁੰਦਾ ਪਿਆ, ਆਨੰਦ ਬਣਿਆ ਹੋਇਆ ਹੈ। ਸੁਨ ਬਰਾਤ ਹਰਖਤ ਸਭ ਚੀਤਾ। ਸਾਰੀ ਬਰਾਤ ਦੇਖ ਕੇ ਦਰਸ਼ਨ ਕਰਕੇ ਬਈ ਮਹਾਨ ਸੋਹਣੇ ਬਰਾਤੀ ਆਏ ਹਨ, ਸੋਹਣਾ ਦੂਲਾ ਹੈ, ਸਤਿਗੁਰੂ ਆਪ ਹਨ। ਤੇ ਸਾਰੀਆਂ ਕਰਤਾਰਪੁਰ ਦੀਆਂ ਬੀਬੀਆਂ, ਮਾਤਾਵਾਂ, ਭੈਣਾਂ, ਬੱਚੀਆਂ ਸਭ ਆਨੰਦਿਤ ਹਨ। ਮੁਸਕਾਬਤ ਭੋਜਨ ਕੋ ਖਾਤੇ। ਤੇ ਸਾਰੇ ਬਾਰਾਤੀ ਵੀ ਮੁਸਕਰਾਉਂਦੇ ਹੋਏ ਬਹੁਤ ਸਵਾਦਲੇ ਭੋਜਨ ਅਚਵ ਰਹੇ ਹਨ। ਤਿਉ ਤਿਉ ਮੋਦ ਰਿਧੈ ਅਧਿਕਾਤੇ। ਤੇ ਉਸ ਤਰ੍ਹਾਂ ਹੀ ਜਿਵੇਂ ਜਿਵੇਂ ਭੋਜਨ ਛਕ ਰਹੇ ਨੇ, ਪਿੰਡ ਦੇ ਸਾਰੇ ਲੋਕ ਮਹਾਰਾਜ ਜੀ ਦੇ ਨਗਰ ਦੇ ਦਰਸ਼ਨ ਕਰ ਰਹੇ ਹਨ ਬਾਰਾਤ ਦੇ। ਤੇ ਦੋਵਾਂ ਪੱਖਾਂ ਵਿੱਚ ਬੜਾ ਆਨੰਦ ਵੱਧਦਾ ਜਾ ਰਿਹਾ ਹੈ। ਤ੍ਰਿਪਤ ਹੋਏ ਕਰ ਪਾਨ ਪਖਾਰੇ। ਔਰ ਇਸ ਤਰ੍ਹਾਂ ਤ੍ਰਿਪਤ ਹੋ ਕੇ ਫਿਰ ਹੱਥ ਧੁਆਏ ਗਏ, ਉੱਠੇ ਜੋ ਊਠੇ ਝੂਠ ਮਹਿ ਧਨ ਗਨ ਡਾਰੇ। ਇਹ ਰਾਜੇ ਮਹਾਰਾਜੇ ਇਸ ਤਰ੍ਹਾਂ ਕਰਦੇ ਸਨ ਬਈ ਜਿਹੜੇ ਬਰਤਨਾਂ ਵਿੱਚ ਭੋਜਨ ਕਰਦੇ ਸਨ ਉਹਨਾਂ ਵਿੱਚ ਕੁਝ ਧਨ ਪਾ ਦਿੰਦੇ ਸਨ ਲੋੜਵੰਦਾਂ ਵਾਸਤੇ, ਜੋ ਸਫਾਈ ਕਰਮਚਾਰੀ ਸਨ। ਮਹਾਰਾਜ ਜੀ ਦੇ ਨਾਲ ਵੀ ਜੋ ਬਰਾਤੀ ਗਏ ਉਹਨਾਂ ਵਿੱਚੋਂ ਹੀ ਬਹੁਤ ਸਾਰਿਆਂ ਨੇ ਇਸ ਤਰ੍ਹਾਂ ਕੀਤਾ, ਜਿਹੜੇ ਲਾਗੀ ਨੇ ਬਰਤਨਾਂ ਦੀ ਸੇਵਾ ਕਰਨ ਵਾਲੇ ਨੇ, ਉਹਨਾਂ ਵਾਸਤੇ ਧਨ ਵਿੱਚ ਪਾ ਦਿੱਤਾ। ਬਾਜੇ ਬਜਤ ਸਦਨ ਕੋ ਆਏ। ਇਸ ਤਰ੍ਹਾਂ ਦੇ ਨਾਲ ਫਿਰ ਫੇਰੇ ਹੋਏ, ਆਨੰਦ ਕਾਰਜ ਹੋਏ। ਉਹ ਸਮਾਂ ਆ ਗਿਆ ਤੇ ਵਾਜੇ ਵੱਜਦੇ ਹੋਏ ਭਾਵ ਖੁਸ਼ੀਆਂ ਨਾਲ ਭੋਜਨ ਕਰਕੇ ਆਪਣੇ ਘਰ ਆਏ ਹਨ। ਹੁਣ ਲਾਵਨ ਕੈ ਹੇਤ ਬੁਲਾਏ। ਤੇ ਫਿਰ ਲਾਵਾਂ ਕਰਨ ਵਾਸਤੇ ਜਿਹੜਾ ਮਹਾਰਾਜ ਜੀ ਨੂੰ ਬੁਲਾਇਆ ਗਿਆ ਵੀ ਆਓ ਹੁਣ ਲਾਵਾਂ ਕਰ ਲਵੋ। ਤਬ ਕਨਿਆ ਤਹ ਆਨ ਬਿਠਾਈ। ਫਿਰ ਉੱਥੇ ਲਿਆ ਕੇ ਤਨੀਆਂ ਬਾਬਾ ਪ੍ਰੇਮ ਚੰਦ ਜੀ ਨੇ ਆਪਣੀ ਬੱਚੀ ਖੇਮ ਕੋਇਰ, ਜਿਨ੍ਹਾਂ ਦਾ ਰਿਸ਼ਤਾ ਕੀਤਾ ਹੈ ਬਾਬਾ ਸੂਰਜਮਲ ਜੀ ਦੇ ਨਾਲ, ਉਹਨਾਂ ਨੂੰ ਲਿਆ ਕੇ ਜਿੱਥੇ ਆਨੰਦ ਕਾਰਜ ਹੋਣਾ ਬਿਠਾਇਆ ਗਿਆ ਹੈ। ਕਰ ਸਭ ਰੀਤ ਲਏ ਪੁਣ ਫੇਰੇ। ਔਰ ਇਸ ਤਰ੍ਹਾਂ ਦੇ ਨਾਲ ਜੋ ਗੁਰਮਤ ਦੀ ਰੀਤ ਹੈ, ਇੱਥੇ ਕੁਝ ਵਿਦਵਾਨਾਂ ਨੇ ਲਿਖਿਆ ਵੀ ਵੇਦ ਰੀਤੀ, ਬੇਦੀ ਗੱਡੀ ਗਈ, ਅੱਗ ਜਲਾਈ ਗਈ ਤੇ ਉਹਦੇ ਫੇਰੇ ਲੈ ਗਏ। ਪਰ ਚੂੰਕਿ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਹੀ ਗੁਰਮਤ ਲਾਗੂ ਹੈ, ਇਸ ਲਈ ਹੋਰ ਕਿਸੇ ਢੰਗ ਨਾਲ ਫੇਰੇ ਲੈਣੇ, ਇਹ ਹੋ ਸਕਦਾ ਕਿਸੇ ਸਮੇਂ ਦੇ ਪ੍ਰਭਾਵ ਕਰਕੇ ਕੁਝ ਵਿਦਵਾਨਾਂ ਨੇ ਲਿਖ ਦਿੱਤਾ ਹੋਵੇ, ਪਰ ਇਹ ਗੱਲ ਗੁਰੂ ਘਰ ਤੇ ਢੁੱਕਦੀ ਨਹੀਂ। ਇਸ ਲਈ ਇਹੀ ਕਹਿਣਾ ਉਚਿਤ ਬਣਦਾ ਹੈ ਬਈ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰੀਆਂ ਲਾਵਾਂ ਵੀ ਮੌਜੂਦ ਸਨ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦਿਰੜੋ, ਪਾਪ ਤਜਾਇਆ ਬਲਰਾਮ ਜੀਓ। ਇਸ ਤਰ੍ਹਾਂ ਜਿਹੜੀ ਆਨੰਦ ਕਾਰਜ ਦੀ ਰੀਤੀ ਹੈ, ਜਿਹੜੀ ਆਨੰਦ ਕਾਰਜ ਦੀ ਮਰਿਆਦਾ ਉਹ ਨਿਭਾਈ ਗਈ ਹੈ। ਦੋਹਿ ਦਿਸ ਤੇ ਤਨ ਲਾਗ ਕਨੇਰੇ। ਔਰ ਇਸ ਤਰ੍ਹਾਂ ਦੇ ਨਾਲ ਦੋਵਾਂ ਪਾਸਿਆਂ ਤੋਂ ਭਾਵ ਪਰਿਵਾਰ ਜਿਹੜਾ ਕੰਨਿਆ ਵਾਲਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਵੀ, ਦੋ ਦਿਸ ਤੇ ਦੇ ਧਨ ਲਾਗ ਕਨੇ, ਜਿਹੜੇ ਲਾਗੀ ਨਾਲ ਆਏ ਹੋਏ ਉਹਨਾਂ ਨੂੰ ਬਹੁਤ ਧਨ ਦਿੱਤਾ ਗਿਆ,
ਸਨਮਾਨਿਆ ਗਿਆ। ਹੁਣ ਨਿਜ ਸਦਨ ਆਨ ਸੁਖ ਤੇ ਪਾਏ। ਫਿਰ ਇਸ ਤਰ੍ਹਾਂ ਫੇਰੇ ਹੋ ਗਏ, ਆਨੰਦ ਕਾਰਜ ਹੋ ਗਿਆ। ਤੇ ਫਿਰ ਬੱਚੀ ਆਪਣੇ ਘਰ ਮਾਤਾ ਪਿਤਾ ਦੇ ਨਾਲ ਹੈ, ਜੇ ਮੁਕਲਾਵਾ ਨਹੀਂ ਤੁਰਿਆ। ਤੇ ਇਸ ਤਰ੍ਹਾਂ ਮਹਾਰਾਜ ਬਾਬਾ ਸੂਰਜਮਲ ਜੀ ਨੂੰ ਨਾਲ ਲੈ ਕੇ, ਸਭ ਬਰਾਤੀਆਂ ਨੂੰ ਨਾਲ ਲੈ ਕੇ ਮਾਤਾ ਗੰਗਾ ਜੀ ਦੇ ਅਸਥਾਨ ਗੰਗਸਰ ਆਪ ਪਹੁੰਚੇ ਹਨ। ਕੋਟੇ ਸ੍ਰੀ ਸਤਿਗੁਰ ਸੁਪਤਾਏ। ਔਰ ਇਸ ਤਰ੍ਹਾਂ ਦੇ ਨਾਲ ਮਹਾਰਾਜ ਪਾਤਸ਼ਾਹ ਜੀ ਨੇ ਆਰਾਮ ਕੀਤਾ। ਆਰਾਮ ਕਰਨਾ ਵੀ ਜ਼ਰੂਰੀ ਹੈ ਸਾਧ ਸੰਗਤ, ਜਿਵੇਂ ਕੰਮਕਾਰ ਕਰਨਾ ਜ਼ਰੂਰੀ ਹੈ ਤੇ ਉਸ ਬਿਨਾਂ ਨਹੀਂ ਸਰਦਾ। ਭੋਜਨ ਕਰਨਾ ਜ਼ਰੂਰੀ ਹੈ, ਜਲ ਗ੍ਰਹਿਣ ਕਰਨਾ ਜ਼ਰੂਰੀ ਹੈ, ਇਸ ਤਰ੍ਹਾਂ ਆਰਾਮ ਕਰਨਾ ਵੀ ਜ਼ਰੂਰੀ। ਜੇ ਆਰਾਮ ਵੀ ਨਾ ਮਿਲੇ ਤੇ ਫਿਰ ਵੀ ਮਨੁੱਖ ਪਾਗਲਾਂ ਵਾਂਗੂ ਠੋਕਰਾਂ ਖਾਂਦਾ ਫਿਰਦਾ ਔਰ ਹੰਗਲਾਉਂਦਾ ਫਿਰਦਾ, ਡਿੱਗਦਾ ਫਿਰਦਾ। ਇਸ ਲਈ ਆਰਾਮ ਵੀ ਬੜਾ ਜ਼ਰੂਰੀ ਹੈ ਤੇ ਮਹਾਰਾਜ ਖੁਦ ਵੀ ਆਰਾਮ ਕਰਦੇ ਹਨ। ਭਈ ਪ੍ਰਭਾਤ ਬਜਤ ਬਹੁ ਬਾਜੇ। ਫਿਰ ਸਵੇਰਾ ਹੋਇਆ ਤੇ ਬਹੁਤ ਖੁਸ਼ੀਆਂ ਦੇ ਵਾਜੇ ਵੱਜੇ। ਸੋਚ ਸਨਾਨ ਸ਼ਸਤਰ ਤਨ ਸਾਜੇ। ਬਹੁਤ ਸਾਰੇ ਸੂਰਮਿਆਂ ਨੇ ਇਸ਼ਨਾਨ ਆਦਿ ਕਰਕੇ ਬਸਤਰ ਪਹਿਨ ਤਿਆਰੀ ਕੀਤੀ। ਸੂਰਜ ਮਲ ਸ੍ਰੀ ਤੇਗ ਬਹਾਦਰ। ਤੇ ਬਾਬਾ ਸੂਰਜਮਲ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਛੋਟੇ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਵੱਡੇ ਨੇ ਬਾਬਾ ਸੂਰਜਮਲ ਜੀ। ਉਹਨਾਂ ਤੋਂ ਬਾਬਾ ਸੂਰਜਮਲ ਜੀ ਤੋਂ ਫਿਰ ਅਣੀ ਰਾਏ ਨੇ, ਫਿਰ ਗੁਰੂ ਤੇਗ ਬਹਾਦਰ ਜੀ ਹਨ। ਸੇਵਹਿ ਦਾਸ ਬ੍ਰਿੰਦ ਢਿਗ ਸਾਦਰ। ਔਰ ਇਸ ਤਰ੍ਹਾਂ ਦੇ ਨਾਲ ਸੇਵਕ ਬਹੁਤ ਸੇਵਾ ਕਰ ਰਹੇ ਨੇ ਸਤਿਕਾਰ ਸਹਿਤ ਇਹਨਾਂ ਦੀ। ਭਾਟ ਕਲਾਵਤ ਢਾਡੀ ਆਏ। ਤੇ ਭਾਟ ਜਸ ਗਾਉਣ ਵਾਲੇ, ਕਲਾਵਤ ਤੇ ਢਾਡੀ ਮਹਾਰਾਜ ਜੀ ਦਾ ਜਸ ਗਾਉਣ ਵਾਲੇ ਆਏ ਹਨ। ਧਨ ਕੋ ਪਾਏ ਮਹਾ ਜਸ ਗਾਏ। ਇਹ ਆਪਣੇ ਆਪ ਨੂੰ ਧਨਤਾ ਯੋਗ ਸਮਝਦੇ ਨੇ, ਧਨ ਭਾਗ ਸਮਝਦੇ ਨੇ ਤੇ ਮਹਾਰਾਜ ਜੀ ਨੇ ਧਨ ਵੀ ਝੋਲੀਆਂ ਭਰ ਕੇ ਦਿੱਤਾ ਹੈ। ਇਸ ਲਈ ਮਹਾਰਾਜ ਜੀ ਦਾ ਬਹੁਤ ਜਸ ਸਾਰੇ ਕਰ ਰਹੇ ਹਨ। ਉਹ ਬਾਲਕ ਹੈ ਜਿਨ ਕੇ ਸੰਗ। ਤੇ ਬਹੁਤ ਸਾਰੇ ਬਾਲਕ ਵੀ ਹਨ ਨਾਲ। ਸੂਰਜ ਮਲ ਸੁੰਦਰ ਸਰਬੰਗ। ਪਰ ਹਰ ਤਰ੍ਹਾਂ ਨਾਲ ਬਾਬਾ ਸੁੰਦਰ ਸੂਰਜਮਲ ਜੀ ਹਰ ਪੱਖੋਂ ਸਭ ਤੋਂ ਸੋਹਣੇ ਦਿਖਾਈ ਪੈ ਰਹੇ ਹਨ। ਮੈਂ ਲਘੂ ਮੈਂ ਸ੍ਰੀ ਤੇਗ ਬਹਾਦਰ। ਔਰ ਇਸ ਤਰ੍ਹਾਂ ਦੇ ਨਾਲ ਛੋਟੇ ਹਨ ਉਮਰ ਵਿੱਚ, ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦਾ ਨਾਮ ਤਿਆਗਮਲ ਹੈ, ਉਹ ਨਾਲ ਹਨ। ਪਠੇ ਬੁਲਾਏ ਸਦਨ ਮਹਿ ਸਾਦਰ। ਸਾਰੇ ਹੋਰ ਬਾਲਕਾਂ ਨੂੰ, ਬਾਬਾ ਸੂਰਜਮਲ ਜੀ ਨੂੰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੜੇ ਸਤਿਕਾਰ ਨਾਲ ਮਹਾਰਾਜ ਜੀ ਨੇ ਬੁਲਵਾਇਆ ਹੈ। ਪ੍ਰੇਮ ਚਾਂਦ ਕੀ ਸੁੰਦਰ ਦਾਰਾ। ਆਪ ਸਾਰੇ ਭੋਜਨ ਕਰਨ ਵਾਸਤੇ ਆਪ ਪਹੁੰਚੇ ਹਨ ਤੇ ਬਹੁਤ ਸੁੰਦਰ ਘਰਾਣੇ ਦੀ, ਸੁੰਦਰ ਸ਼ੁਭ ਗੁਣਾਂ ਵਾਲੀ, ਸੁੰਦਰ ਨੈਣ ਨਕਸ਼ਾਂ ਵਾਲੀ ਬਾਬਾ ਪ੍ਰੇਮ ਚੰਦ ਜੀ ਦੇ ਘਰੋਂ ਬੀਬੀ, ਜਿਨ੍ਹਾਂ ਦਾ ਬਹੁਤ ਨਿੱਘਾ ਸੁਭਾਅ ਹੈ, ਉਹ ਵੀ ਨਾਲ ਹਨ। ਵਿਖ ਜਮਾਤ ਆਨੰਦ ਉਦਾਰਾ। ਉਹ ਆਪਣੇ ਦਾਮਾਦ ਨੂੰ ਦੇਖ ਕੇ ਬਾਬਾ ਸੂਰਜਮਲ ਜੀ ਨੂੰ ਬਹੁਤ ਖੁਸ਼ ਹੋ ਰਹੇ ਹਨ। ਗਨ ਇਸਤਰੀ ਮਹਿ ਤਿਹ ਬੈਠਾਏ। ਬਹੁਤ ਸਾਰੀਆਂ ਪਿੰਡ ਦੀਆਂ, ਨਗਰ ਦੀਆਂ ਇਸਤਰੀਆਂ ਵੀ ਬੈਠੀਆਂ ਹੋਈਆਂ ਹਨ। ਸਵਾਦਲ ਮਧੁਰ ਆਹਾਰ ਕਰਾਏ। ਬਾਬਾ ਸੂਰਜਮਲ ਜੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੇ ਨਾਲ ਆਏ ਹੋਰ ਬਾਲਕ ਸਾਥੀਆਂ ਨੂੰ, ਸਾਰੀਆਂ ਸ੍ਰੀ ਕਰਤਾਰਪੁਰ ਸਾਹਿਬ ਜੀ ਦੀਆਂ ਬੀਬੀਆਂ ਮਿਲ ਕੇ ਵਿੱਚ ਬਿਠਾ ਕੇ ਤੇ ਬੁਰਕੀਆਂ ਦਿੰਦੀਆਂ ਪਈਆਂ ਹਨ। ਲਾਲ ਚਾਂਦ ਇੱਕ ਖਤਰੀ ਤਹਾਂ। ਇਹਨਾਂ ਵਿੱਚ ਜਿਹੜਾ ਸਾਰਾ ਮੇਲ ਆਇਆ ਹੋਇਆ ਹੈ, ਇਹਨਾਂ ਵਿੱਚ ਕਰਤਾਰਪੁਰ ਦੇ ਰਹਿਣ ਵਾਲੇ, ਜਿਹੜੇ ਲਖਨੌਰ ਸਾਹਿਬ ਤੋਂ ਮਾਈਗ੍ਰੇਟ ਹੋ ਕੇ, ਅੰਬਾਲੇ ਦੇ ਕੋਲ ਹੈਗਾ ਲਖਨੌਰ, ਪੰਜੋਖਰਾ ਸਾਹਿਬ ਦੇ ਨਾਲ ਹੀ ਲਖਨੌਰ ਸਾਹਿਬ ਹੈ, ਉੱਥੋਂ ਮਾਈਗ੍ਰੇਟ ਹੋ ਕੇ ਜਦੋਂ ਇਹਨਾਂ ਨੂੰ ਪਤਾ ਚੱਲਿਆ ਬਈ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਨਗਰ ਵਸਾਇਆ ਹੈ ਤੇ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ, ਮਹਾਰਾਜ ਜੀ ਦੇ ਨਾਲ ਹੋਰ ਜੋੜਨ ਵਾਸਤੇ ਇਹ ਮਾਈਗ੍ਰੇਟ ਹੋ ਕੇ ਤੇ ਕਰਤਾਰਪੁਰ ਆ ਵਸੇ ਹਨ। ਤਿਸੀ ਮੇਲ ਮਹਿ ਮੇਲੀ ਆਹਾ। ਉਹਨਾਂ ਵਿੱਚ ਇੱਕ ਲਾਲ ਚੰਦ ਨਾਮ ਦਾ ਖੱਤਰੀ, ਲਾਲ ਚੰਦ ਸੁਭਿੱਖੀਆ,
ਉਸੇ ਮੇਲ ਵਿੱਚ ਮੌਜੂਦ ਹੈ। ਬਿਸਨ ਕੋਇਰ ਤੇ ਸੁੰਦਰ ਦਾਰਾ। ਤੇ ਉਹਨਾਂ ਦੇ ਘਰ ਵਿੱਚ, ਭਾਈ ਲਾਲ ਚੰਦ ਜੀ ਦੇ ਘਰ ਵਿੱਚ, ਉਹਨਾਂ ਦੀ ਜੀਵਨ ਸੰਗਣੀ ਗੁਣਾ ਕਰਕੇ, ਸੁਭਾਅ ਕਰਕੇ, ਨੈਣ ਨਕਸ਼ ਕਰਕੇ ਔਰ ਹਰ ਤਰ੍ਹਾਂ ਨਾਲ ਮਹਾਨ ਸੁੰਦਰਤਾ ਦੇ ਮਾਲਕ ਹਨ। ਰੂਪਵਤੀ ਜਿਹ ਭਾਗ ਉਦਾਰਾ। ਤੇ ਵੱਡੇ ਰੂਪਵਤੀ ਹਨ ਤੇ ਵੱਡਿਆਂ ਭਾਗਾਂ ਵਾਲੇ ਹਨ। ਗਨ ਤ੍ਰਿਅਨ ਮਹਿ ਬੈਠੀ ਤਹਾਂ। ਬਹੁਤ ਸਾਰੀਆਂ ਸ੍ਰੀ ਕਰਤਾਰਪੁਰ ਸਾਹਿਬ ਦੀਆਂ ਮਾਤਾਵਾਂ ਬੀਬੀਆਂ ਵਿੱਚ ਇਹ ਬੀਬੀ ਬਿਸ਼ਨ ਕੌਰ ਜੀ ਵੀ ਬੈਠੇ ਹੋਏ ਸਨ। ਤਿਨ ਸ੍ਰੀ ਤੇਗ ਬਹਾਦਰ ਲਹਾ। ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਦੇਖਿਆ ਤੇ ਪੁੱਛਿਆ ਬਈ ਇਹਨਾਂ ਦਾ ਰਿਸ਼ਤਾ ਕਿਤੇ ਹੋਇਆ? ਸੂਰਜਮਲ ਜੀ ਵਿਆਹੁਣ ਆਏ ਨੇ ਤੇ ਛੋਟੇ ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਹਨ, ਤੇ ਉਹਨਾਂ ਵੱਲ ਦੇਖ ਕੇ ਕਿਹਾ ਬਈ ਇਹਨਾਂ ਦਾ ਰਿਸ਼ਤਾ ਕਿਤੇ ਹੋਇਆ ਕਿ ਨਹੀਂ ਹੋਇਆ। ਦੂਜੇ ਕਿਤ ਸੰਬੰਧ ਨਹਿ ਭਇਓ। ਤੇ ਫਿਰ ਉਹਨਾਂ ਨੂੰ ਪਤਾ ਚੱਲਿਆ, ਪੁੱਛਣ ਤੇ ਕਿਸੇ ਦੱਸਿਆ ਵੀ ਨਹੀਂ, ਅਜੇ ਸ੍ਰੀ ਤੇਗ ਬਹਾਦਰ ਜੀ ਦਾ ਕਿਤੇ ਰਿਸ਼ਤਾ ਤੈਅ ਨਹੀਂ ਹੋਇਆ, ਕੁਆਰੇ ਹਨ। ਸੁਨਤ ਪ੍ਰਮੁਦਿਤ ਵਿਚਾਰਨ ਕੀਓ। ਤੇ ਬਹੁਤ ਖੁਸ਼ ਹੋਏ ਬੀਬੀ ਬਿਸ਼ਨ ਕੌਰ ਜੀ, ਮਹਾਨ ਪ੍ਰਸੰਨ ਹੋ ਗਏ, ਰੋਮ ਰੋਮ ਆਨੰਦ ਨਾਲ ਭਰ ਗਿਆ। ਤੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ। ਗਮਨੀ ਪਤ ਕੇ ਢਿਗ ਤਤ ਕਾਲਾ। ਤੇ ਬੀਬੀ ਬਿਸ਼ਨ ਕੌਰ ਜੀ ਆਪਣੇ ਪਤੀ ਭਾਈ ਲਾਲ ਚੰਦ ਜੀ ਦੇ ਕੋਲ ਉੱਥੋਂ ਉੱਠ ਕੇ ਝਟਪਟ ਆ ਗਏ। ਆਪਣਾ ਮਨੋਰਥ ਕਹਿਓ ਸੋ ਢਾਲਾ। ਜਿਹੜਾ ਉਹਨਾਂ ਦੇ ਮਨ ਵਿੱਚ ਵਿਚਾਰ ਆਇਆ ਸੀ ਨਾ, ਉਹ ਸਾਰਾ ਆਪਣੇ ਪਤੀ ਭਾਈ ਲਾਲ ਚੰਦ ਸੁਬਖੀਏ ਜੀ ਨਾਲ ਸਾਂਝਾ ਕੀਤਾ। ਹੇ ਗੁਜਰੀ ਪਿਤ ਸੁਨਹੁ ਆਨੰਦ। ਆਖਿਆ ਇਹ ਗੁਜਰੀ ਦੇ ਪਿਤਾ, ਆਪਣੇ ਪਤੀ ਜੀ ਨੂੰ ਆਖਿਆ ਇਹ ਗੁਜਰੀ ਦੇ ਪਿਤਾ, ਆਪ ਸੁਣੋ ਤੇ ਸੁਣ ਕੇ ਆਨੰਦਿਤ ਹੋਵੋਗੇ। ਸ੍ਰੀ ਗੁਰ ਕੇ ਸਮ ਕੋਨ ਬਿਲੰਦ। ਉਹਨਾਂ ਆਖਿਆ ਸੁਣਾ ਭਾਗਵਾਨ ਜੋ ਸੁਣਾਉਣਾ ਚਾਹੁੰਦੇ ਹੋ। ਤੇ ਬੀਬੀ ਬਿਸ਼ਨ ਕੌਰ ਕਹਿਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਵਰਗਾ ਵੱਡਾ ਵਡਿਆਈ ਵਾਲਾ ਤਿੰਨਾਂ ਲੋਕਾਂ ਵਿੱਚ ਕੋਈ ਨਹੀਂ ਹੋਣਾ। ਜਿਨ ਕੇ ਭਾਗ ਉਦੈ ਜਗਤ ਥੀਏ। ਜਿਨ੍ਹਾਂ ਦੇ ਭਾਗ ਸੰਸਾਰ ਵਿੱਚ ਜਾਗ ਪੈਂਦੇ ਹਨ। ਸੇ ਸੰਬੰਧੀ ਗੁਰ ਕੇ ਭਏ। ਉਹਨਾਂ ਦਾ ਰਿਸ਼ਤਾ ਗੁਰੂ ਪਾਤਸ਼ਾਹ ਨਾਲ ਜੁੜਦਾ ਹੈ, ਉਹਨਾਂ ਦਾ ਸੰਬੰਧ ਗੁਰੂ ਸਾਹਿਬ ਜੀ ਨਾਲ ਬਣਦਾ ਹੈ। ਪੰਜ ਬਰਖ ਕੀ ਸੁਤਾ ਹਮਾਰੇ। ਸਾਡੇ ਘਰ ਵਿੱਚ 5 ਸਾਲਾਂ ਦੀ ਪੁੱਤਰੀ ਹੈ। ਗੁਰ ਕੇ ਸੁਤ ਹੈ ਜੁਗਲ ਕੁਆਰੇ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਦੋਵੇਂ ਪੁੱਤਰ ਅਣੀ ਰਾਏ ਜੀ ਤੇ ਸ੍ਰੀ ਤੇਗ ਬਹਾਦਰ ਜੀ ਦੋਵੇਂ ਹਾਲੇ ਕੁਆਰੇ ਹਨ। ਇਨ ਤੇ ਆਛੋ ਥਾਨ ਨ ਕੋ। ਤੇ ਇਹਨਾਂ ਤੋਂ ਵਧੀਆ ਥਾਂ ਹੋਰ ਕੋਈ ਨਹੀਂ। ਜੇ ਰਿਸ਼ਤਾ ਬਣ ਜਾਵੇ ਸਾਡੀ ਗੁਜਰੀ ਬੱਚੀ ਦਾ, ਜਹਾਂ ਦੇਹ ਤਨੁ ਜਾ ਨਿਜ ਜੋ। ਇਸ ਤਰ੍ਹਾਂ ਦੇ ਨਾਲ ਬੜਾ ਸੋਹਣਾ ਭਾਈ ਸਾਹਿਬ ਜੀ ਨੇ ਲਿਖਿਆ ਹੈ, ਜਹਾਂ ਦੇਹ ਤਨੁ ਜਾ ਨਿਜ ਜੋ। ਇਹਨਾਂ ਨਾਲੋਂ ਹੋਰ ਚੰਗਾ ਥਾਂ ਨਹੀਂ ਹੈ। ਅਸੀਂ ਆਪਣੀ ਬੱਚੀ ਇਹਨਾਂ ਦੇ ਘਰ ਦੇ ਦੇਵੀਏ। ਲਾਲ ਚੰਦ ਨੇ ਸੁਨ ਸਨਮਾਨੀ। ਤੇ ਭਾਈ ਲਾਲ ਚੰਦ ਜੀ ਨੇ ਸੁਣ ਕੇ ਤੇ ਬਹੁਤ ਸਨਮਾਨ ਕੀਤਾ। ਆਖਿਆ ਵਾਕਈ ਮਾਂ ਹੋਵੇ ਤੇ ਤੇਰੇ ਵਰਗੀ, ਜਿਹੜਾ ਆਪਣੀ ਬੱਚੀ ਦੇ ਬਾਰੇ ਇਤਨਾ ਚੰਗਾ ਸੋਚਦੀ ਹੈ। ਪਤਨੀ ਹੋਵੇ ਤੇ ਤੇਰੇ ਵਰਗੀ, ਜਿਹੜੇ ਆਪਣੇ ਪਤੀ ਨੂੰ ਇੰਨੀ ਸੋਹਣੀ ਰਾਏ ਦਿੰਦੀ ਹੈ। ਬੱਚੀ ਹੋਵੇ ਤੇ ਤੇਰੇ ਵਰਗੀ, ਜਿਹਨੇ ਆਪਣੇ ਮਾਂ ਪਿਓ ਦੀ ਕੁੱਲ ਸਫਲ ਕਰ ਦਿੱਤੀ। ਬਹੁਤ ਖੁਸ਼ ਆਏ ਤੇ ਹਰ ਪ੍ਰਕਾਰ ਨਾਲ ਆਪਣੇ ਘਰੋਂ ਬੀਬੀ ਬਿਸ਼ਨ ਕੌਰ ਜੀ ਦੀ ਤਾਰੀਫ ਕੀਤੀ ਹੈ। ਇਹ ਤੈਨੀ ਕੀ ਬਾਤ ਬਖਾਨੀ। ਤੇ ਭਾਈ ਲਾਲ ਚੰਦ ਸੁਬਖੀਆ ਕਹਿਣ ਲੱਗੇ ਵੀ ਇਸ ਤੋਂ ਚੰਗੀ ਗੱਲ ਤਾਂ ਹੋ ਹੀ ਨਹੀਂ ਸਕਦੀ। ਮਹਾਰਾਜ ਵਿਆਹੁਣ ਆਏ ਨੇ ਸੂਰਜਮਲ ਜੀ ਨੂੰ ਤੇ ਨਾਲ ਦੂਜਾ ਰਿਸ਼ਤਾ ਕਰ ਦੇਵੀਏ। ਇਸ ਕਾਰਜ ਮੈਂ ਬਿਲਮ ਨ ਕੀਜੈ। ਤੇ ਹੁਣ ਇਹ ਕੰਮ ਕਰਨ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਭਾਵ ਝਟਪਟ ਰਿਸ਼ਤੇ ਦੀ ਗੱਲ ਚਲਾ ਦੇਣੀ ਚਾਹੀਦੀ ਹੈ। ਤਿਜ ਕੋ ਆਜ ਤਹਾਂ ਪਠ ਦੀਜੈ। ਔਰ ਇਸ ਤਰ੍ਹਾਂ ਦੇ ਨਾਲ ਅੱਜ ਹੀ
ਬ੍ਰਾਹਮਣ ਨੂੰ ਵਿਚੋਲੇ ਨੂੰ ਭੇਜ ਦੇਵੋ ਰਿਸ਼ਤਾ ਕਰਨ ਲਈ। ਦੰਪਤਿ ਕਹਿ ਇਮ ਆਪਸ ਮਹੀਆ। ਤੇ ਦੋਵਾਂ ਨੇ ਦੰਪਤੀ ਨੇ ਪਤੀ ਪਤਨੀ ਨੇ ਆਪਸ ਵਿੱਚ ਉੱਥੇ ਹੀ ਸਲਾਹ ਕਰ ਲਈ ਤੇ ਦੇਰ ਨਹੀਂ ਪਾਈ। ਵਿਪਰ ਬੁਲਾਏ ਪਠਿਓ ਤਬ ਤਹੀਆਂ। ਤੇ ਵਿਚੋਲੇ ਨੂੰ ਬੁਲਾ ਕੇ ਉਹਨਾਂ ਦਿਨਾਂ ਵਿੱਚ ਬ੍ਰਾਹਮਣ ਨੂੰ ਭੇਜਿਆ ਜਾਂਦਾ ਸੀ ਤੇ ਭੇਜ ਦਿੱਤਾ, ਆਖਿਆ ਜਾਓ ਰਿਸ਼ਤਾ ਕਰਕੇ ਆ ਜਾਵੋ। ਜਹ ਸਤਿਗੁਰੂ ਦੀਵਾਨ ਲਗਾਏ। ਜਿੱਥੇ ਮਹਾਰਾਜ ਸਾਹਿਬ ਗੰਗਸਰ ਜੀ ਵਿਖੇ ਦੀਵਾਨ ਲਗਾ ਕੇ ਬੈਠੇ ਸਨ। ਨਰ ਬ੍ਰਿੰਦਰ ਮਹਿ ਮਹਾ ਸੁਹਾਏ। ਤੇ ਬਹੁਤ ਸਾਰੇ ਮਨੁੱਖਾਂ ਵਿੱਚ ਸੰਗਤਾਂ ਵਿੱਚ ਗੁਰੂ ਸਾਹਿਬ ਬਹੁਤ ਸ਼ੋਭਾ ਪਾ ਰਹੇ ਹਨ। ਮੁਖ ਪ੍ਰਸੰਨ ਜਨ ਕਮਲ ਪ੍ਰਫੂਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁਖਾਰ ਬਿੰਦ ਇਤਨਾ ਪ੍ਰਸੰਨ ਹੈ, ਮੁਸਕਰਾ ਰਹੇ ਨੇ ਜਿਵੇਂ ਖਿੜਿਆ ਹੋਇਆ ਕਮਲ ਹੋਵੇ। ਦੇਤ ਆਨੰਦ ਸਭ ਮੰਗਲ ਮੂਲਾ। ਔਰ ਇਸ ਤਰ੍ਹਾਂ ਉਹਨਾਂ ਦਾ ਦਰਸ਼ਨ ਕਰਕੇ ਚਿਹਰੇ ਦਾ ਸਾਰੀਆਂ ਖੁਸ਼ੀਆਂ ਤੇ ਮਾਨੋ ਖੁਸ਼ੀਆਂ ਦਾ ਮੂਲ ਪ੍ਰਾਪਤ ਹੁੰਦਾ ਹੈ। ਵਿਪਰ ਅਸੀਰਵਾਦ ਕੋ ਦੀਨਾ। ਤੇ ਇਸ ਤਰ੍ਹਾਂ ਜਿਹੜਾ ਵਿਚੋਲਾ ਭੇਜਿਆ ਸੀ ਉਸਨੇ ਸ਼ੁਭ ਬਚਨ ਆਖੇ। ਤਬ ਗੁਰਦਾਸ ਪ੍ਰਤਖ ਕਰ ਲੀਨਾ। ਭਾਈ ਗੁਰਦਾਸ ਬੜੇ ਸਿਆਣੇ ਸਨ, ਉਹਨਾਂ ਨੇ ਥੋੜਾ ਪਾਸੇ ਕਰਕੇ ਗੱਲ ਕੀਤੀ ਹੈ। ਸਕਲ ਵਾਰਤਾ ਕਹਿ ਸਮਝਾਈ। ਤੇ ਸਾਰੀ ਗੱਲਬਾਤ ਸਮਝਾ ਦਿੱਤੀ ਹੈ। ਗੁਰ ਸੁਤ ਹਿਤ ਮੈਂ ਆਨ ਸਗਾਈ। ਤੇ ਉਹ ਬ੍ਰਾਹਮਣ ਜਿਹੜਾ ਵਿਚੋਲਾ ਸੀ ਉਹ ਕਹਿਣ ਲੱਗਾ, ਮਹਾਰਾਜ ਜੀ ਦੇ ਸਪੁੱਤਰ ਵਾਸਤੇ ਮੈਂ ਰਿਸ਼ਤਾ ਲੈ ਕੇ ਆਇਆ ਹਾਂ। ਸੁਨ ਗੁਰ ਟਿਕ ਗਮਨਿਓ ਤਬ ਭਾਈ। ਸਾਰੀ ਗੱਲ ਸੁਣ ਕੇ ਤੇ ਬਹੁਤ ਪ੍ਰਸੰਨ ਹੋ ਕੇ ਹੱਥ ਜੋੜ ਕੇ ਸੀਸ ਝੁਕਾ ਕੇ ਭਾਈ ਗੁਰਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆ ਗਏ ਹਨ। ਕਹੀ ਵਾਰਤਾ ਵਿਪਰ ਬਤਾਈ। ਜੋ ਇਸ ਵਿਪਰ ਵਿਚੋਲੇ ਨੇ ਗੱਲ ਕਹੀ ਹੈ ਸਭ ਮਹਾਰਾਜ ਜੀ ਨਾਲ ਸਾਂਝੀ ਕੀਤੀ। ਕਰ ਸਨਮਾਨ ਬਿਠਾਇਓ ਪਾਸ। ਤੇ ਫਿਰ ਬੜਾ ਸਨਮਾਨ ਕਰਕੇ ਭਾਈ ਜੀ ਨੇ ਵਿਚੋਲੇ ਬ੍ਰਾਹਮਣ ਨੂੰ ਸਾਹਿਬ ਜੀ ਦੇ ਕੋਲ ਬਿਠਾ ਦਿੱਤਾ। ਅਣੀ ਰਾਏ ਟਿਕ ਪਠ ਗੁਰਦਾਸ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਅਣੀ ਰਾਏ ਜੀ, ਉਹ ਵੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੇ ਤੇ ਵੱਡੇ ਹਨ ਗੁਰੂ ਤੇਗ ਬਹਾਦਰ ਜੀਆਂ ਤੋਂ, ਉਹਨਾਂ ਦੇ ਕੋਲ ਭੇਜਿਆ। ਬੂਝੋ ਐਸੇ ਕਰ ਨਿਰਜਾਸੂ। ਉਹ ਜਾਓ ਉਹਨਾਂ ਨੂੰ ਜਾ ਕੇ ਪੁੱਛਾਓ ਨਿਰਣਾ ਕਰਕੇ। ਮਾਨ ਹੈ ਪ੍ਰਥਮ ਬਿਹਾ ਹੋਏ ਤਾਸੂ। ਜੇ ਉਹ ਮੰਨ ਜਾਵਣ ਤੇ ਪਹਿਲਾਂ ਵੱਡੇ ਹੋਣ ਕਰਕੇ ਉਹਨਾਂ ਦਾ ਰਿਸ਼ਤਾ ਕਰਾਂਗੇ। ਹੁਣ ਸ੍ਰੀ ਤੇਗ ਬਹਾਦਰ ਕਰੈ। ਤੇ ਫਿਰ ਉਸ ਤੋਂ ਬਾਅਦ ਹੁਣ ਅੱਜ ਬਾਬਾ ਸੂਰਜਮਲ ਜੀ ਦਾ ਹੋਇਆ ਹੈ, ਫਿਰ ਹਣੀ ਰਾਏ ਜੀ ਦਾ ਕਰਾਂਗੇ ਜੇ ਉਹ ਮੰਨ ਜਾਵਣ। ਤੇ ਉਸ ਤੋਂ ਬਾਅਦ ਫਿਰ ਸ੍ਰੀ ਤੇਗ ਬਹਾਦਰ ਜੀ ਦੀ ਵਾਰੀ ਆਵੇਗੀ। ਜਿਮ ਜਗ ਰੀਤ ਤਥਾ ਅਨੁਸਰੈ। ਔਰ ਇਸ ਤਰ੍ਹਾਂ ਦੇ ਨਾਲ ਜਗਤ ਦੀ ਰੀਤ ਵੀ ਹੈ, ਜਿਵੇਂ ਜਿਵੇਂ ਸੰਸਾਰ ਤੇ ਆਏ ਨੇ ਉਸੇ ਕਰਮ ਸਹਿਤ ਉਸੇ ਲੜੀ ਵਿੱਚ ਇਹਨਾਂ ਦੇ ਆਨੰਦ ਕਾਰਜ ਹੋਵਣ। ਸੁਨ ਗੁਰ ਬਚ ਗਮਨਿਓ ਗੁਰਦਾਸ। ਮਹਾਰਾਜ ਜੀ ਦੇ ਅੰਮ੍ਰਿਤ ਬਚਨ ਸੁਣ ਕੇ ਤੇ ਭਾਈ ਗੁਰਦਾਸ ਸਾਹਿਬ ਬਾਬਾ ਅਣੀ ਰਾਏ ਜੀ ਜਿੱਥੇ ਬੈਠੇ ਸਨ ਉੱਥੇ ਆ ਗਏ ਹਨ। ਬੈਠ ਅਣੀ ਰਾਏ ਕੇ ਪਾਸ। ਤੇ ਉਹਨਾਂ ਦੇ ਕੋਲ ਬੈਠ ਕੇ ਇਸ ਢੰਗ ਦੇ ਨਾਲ ਜਿਸ ਕੈ ਹਰਖ ਸੋਗ ਨਹਿ ਕੋ। ਐਸੀ ਅਵਸਥਾ ਹੈ ਬਾਬਾ ਅਣੀ ਰਾਏ ਜੀ ਦੀ ਵੀ ਹਰਖ ਸੋਗ ਤੋਂ ਉੱਤੇ ਹਨ। ਖਾਨ ਰੁਲਾਬ ਸਮਾਨ ਦੋ। ਉਹ ਨਫੇ ਨੁਕਸਾਨ ਨੂੰ ਇੱਕੋ ਜਿਹਾ ਹੀ ਸਮਝਦੇ ਹਨ। ਉਸਤਤ ਨਿੰਦਾ ਮਾਨ ਅਮਾਨਾ। ਉਹਨਾਂ ਵਾਸਤੇ ਉਸਤਤ ਨਿੰਦਾ ਮਾਣ ਅਪਮਾਨ ਫਰਕ ਕੋਈ ਨਹੀਂ, ਸਭ ਇੱਕੋ ਜਿਹਾ ਹੀ ਹੈ। ਸਤਰੂ ਮਿੱਤਰ ਨਿਤ ਲਖ ਹੈ ਸਮਾਨਾ। ਉਹਨਾਂ ਵਾਸਤੇ ਸੱਜਣ ਮਿੱਤਰ ਤੇ ਭਾਵੇਂ ਕੋਈ ਦੁਸ਼ਮਣ ਹੋਵੇ ਮਨ ਵਿੱਚ, ਉਹ ਸੱਜਣ ਮਿੱਤਰ ਹੀ ਸਭ ਨੂੰ ਸਮਝਦੇ ਹਨ, ਇੱਕੋ ਜਿਹਾ ਜਾਣਦੇ ਹਨ। ਵਿਖ ਅੰਮ੍ਰਿਤ ਅਰ ਮਾਟੀ ਹੇਮ। ਵਿਖ ਹੋਵੇ ਅੰਮ੍ਰਿਤ ਹੋਵੇ ਸੋਨਾ ਹੋਵੇ ਚਾਹੇ ਮਿੱਟੀ ਹੋਵੇ। ਸਮਝਾ ਨਹਿ ਬ੍ਰਿਤ ਆਤਮ ਛੇਮ। ਉਹਨਾਂ ਦੀ ਬਿਰਤੀ ਇਸ ਤਰ੍ਹਾਂ ਆਤਮ ਆਨੰਦ ਵਿੱਚ ਟਿਕੀ ਹੋਈ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਹੈ। ਬੈਠਿਓ ਨਿਕਟ ਜਾਏ ਗੁਰਦਾਸ। ਭਾਈ ਸਾਹਿਬ ਜੀ ਉਹਨਾਂ ਦੇ ਕੋਲ ਆ ਕੇ ਬਾਬਾ ਅਣੀ ਰਾਏ ਜੀ ਦੇ ਬੈਠ ਗਏ ਹਨ। ਕਹੀ ਸਗਾਈ ਕਰਵੇ ਤਾਸ। ਤੇ ਆਖਿਆ ਹੈ ਬਾਬਾ ਅਣੀ ਰਾਏ ਜੀ ਬੇਨਤੀ ਕਰਨ ਆਏ, ਗੁਰੂ ਸਾਹਿਬ ਜੀ ਨੇ ਭੇਜਿਆ ਹੈ
ਤੇ ਤੁਹਾਡੀ ਸਗਾਈ ਕਰਨੀ ਹੈ। ਸਮ ਉਨਮਤ ਸੁਨਤ ਬਚ ਬੋਲਾ। ਬਹੁਤ ਆਲਮਸਤ ਸੁਭਾਅ ਵਿੱਚ ਬਿਰਾਜੇ ਹੋਏ ਸਨ ਬਾਬਾ ਅਣੀ ਰਾਏ ਜੀ, ਤੇ ਇਸ ਤਰ੍ਹਾਂ ਆਖਣ ਲੱਗੇ, ਬ੍ਰਹਮ ਗਿਆਨ ਮੈਂ ਸਦਾ ਅਡੋਲਾ। ਜਿਹੜੇ ਬ੍ਰਹਮ ਗਿਆਨ ਵਿੱਚ ਸਦਾ ਹੀ ਅਡੋਲ ਟਿਕੇ ਸਮਾਧੀ ਲੀਨ ਹਨ। ਕਹਾ ਨਾਮ ਤੁਮ ਕਹੋ ਸੋ ਸਗਾਈ। ਆਖਣ ਲੱਗੇ, ਕੀ ਗੱਲ ਕਰਦੇ ਹੋ, ਕੀ ਸਗਾਈ ਦਾ ਨਾਮ ਲੈਂਦੇ ਹੋ। ਉਹ ਕਾਰਜ ਸੁਧਰਹਿ ਕਰਵਾਈ। ਔਰ ਇਸ ਤਰ੍ਹਾਂ ਦੇ ਨਾਲ ਕਿਹੜਾ ਕੰਮ ਹੈ ਜਿਹੜਾ ਸਗਾਈ ਕਰਕੇ ਸੁਧਰ ਜਾਂਦਾ ਹੈ। ਕਹਿ ਸਮਝਾਇਓ ਰੀਤ ਜਗਤ ਕੀ। ਜਗਤ ਦੀ ਸਾਰੀ ਰੀਤ ਸਮਝਾਈ ਭਾਈ ਜੀ ਨੇ। ਸਭ ਉਤਪਤੀ ਅਹਿ ਗ੍ਰਸਤ ਕੀ। ਬਈ ਆਨੰਦ ਕਾਰਜ ਕਰਨ ਨਾਲ ਗ੍ਰਸਤੀ ਹੋ ਜਾਂਦਾ ਬੰਦਾ, ਤੇ ਅੱਗੋਂ ਫਿਰ ਔਲਾਦਵਾਨ ਹੁੰਦਾ ਹੈ। ਜਬ ਹੈ ਵਿਆਹ ਤਬ ਹੋਏ ਘਰ ਵਾਰੋ। ਵਿਆਹ ਹੋ ਜਾਏ ਤੇ ਫਿਰ ਬੰਦਾ ਘਰ ਵਾਲਾ ਬਣ ਜਾਂਦਾ ਹੈ। ਆਗੇ ਬੰਸੀ ਵਧਹਿ ਪਰਵਾਰੋ। ਤੇ ਅੱਗੇ ਸਾਰਾ ਪਰਿਵਾਰ ਵੰਸ਼ ਕੁਲ ਚੱਲਦੀ ਹੈ। ਸੁਨਤ ਬਖਾਨਿਓ ਮੋਹੇ ਨ ਬਾਛੈ। ਬਾਬਾ ਅਣੀ ਰਾਏ ਜੀ ਕਹਿਣ ਲੱਗੇ ਵੀ ਮੈਂ ਆਨੰਦ ਕਾਰਜ ਨਹੀਂ ਕਰਾਉਣਾ, ਮੈਨੂੰ ਲੋੜ ਨਹੀਂ ਹੈਗੀ। ਬਿਨਾ ਗ੍ਰਸਤ ਤੇ ਹਮ ਇਮ ਆਛੇ। ਮੈਂ ਬਿਨਾ ਗ੍ਰਸਤ ਤੋਂ ਹੀ ਚੰਗਾ ਹੈਗਾ। ਇਹ ਬੋਲ ਬਾਬਾ ਅਣੀ ਰਾਏ ਜੀ ਨੇ ਆਖਿਆ। ਆਪ ਨੂੰ ਪਤਾ ਹੈ, ਇਤਿਹਾਸ ਪੜ੍ਹਿਆ ਹੋਵੇਗਾ, ਬਾਬਾ ਅਣੀ ਰਾਏ ਜੀ ਨੇ ਸਾਰੀ ਜ਼ਿੰਦਗੀ ਆਨੰਦ ਨਹੀਂ ਕਰਾਇਆ, ਆਨੰਦ ਕਾਰਜ ਨਹੀਂ ਕਰਾਇਆ, ਤੇ ਜਾਪ ਨਾਲ ਜੁੜੇ ਰਹੇ। ਹਰ ਇੱਕ ਸੋਕ ਕੋ ਮੂਲ ਨ ਬਾਛੇ। ਔਰ ਆਖਣ ਲੱਗੇ, ਹਰ ਕੀ ਹੈ, ਸੋਕ ਕੀ ਹੈ, ਇਹਦੀ ਸਾਨੂੰ ਕੋਈ ਚਾਹਤ ਨਹੀਂ ਹੈ। ਜਾਲ ਫਸਾਵਨ ਕੋ ਜੰਜਾਲਾ। ਇਹ ਤਾਂ ਆਪਣੇ ਆਪ ਨੂੰ ਫਸਾਉਣ ਦਾ ਜਾਲ ਹੈ। ਅਬ ਇੱਕ ਰਸਮ ਹੈ ਬ੍ਰਿਤ ਨਿਤ ਝੂਲਤ। ਤੇ ਹੁਣ ਸਾਡੀ ਸਦਾ ਇੱਕ ਰਸ ਵਿੱਚ ਬਿਰਤੀ ਟਿਕੀ ਹੋਈ ਹੈ, ਸੰਸਾਰੀ ਗ੍ਰਸਤੀ ਨਹੀਂ ਬਣਨਾ। ਸਰਬ ਜਗਤ ਸਮਤਾ ਨਹਿ ਭੂਲਤ। ਸਾਰੇ ਜਗਤ ਵਿੱਚ ਸਮਤਾ ਬਣੀ ਹੋਈ ਹੈ, ਨਾਮ ਨਹੀਂ ਭੁੱਲ ਰਿਹਾ। ਸੁਨ ਗੁਰਦਾਸ ਕਰੀ ਤਬ ਨਮੋ। ਭਾਈ ਗੁਰਦਾਸ ਜੀ ਨੇ ਮੱਥਾ ਟੇਕਿਆ, ਨਮਸਕਾਰ ਕੀਤੀ, ਤੇ ਆਖਿਆ, ਆਪ ਧੰਨ ਹੋ ਜਿਨ੍ਹਾਂ ਦੀ ਸਦਾ ਹੀ ਸਮਾਧੀ ਲੱਗੀ ਹੋਈ ਹੈ। ਗੁਰ ਕੇ ਨਿਕਟ ਕਹਿਓ ਤਿਹ ਸਮੋ। ਔਰ ਇਸ ਤਰ੍ਹਾਂ ਮੱਥਾ ਟੇਕ ਕੇ ਬਾਬਾ ਅਣੀ ਰਾਏ ਜੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਮੇਰੀਆਂ ਪੀਰੀਆਂ ਦੇ ਮਾਲਕ ਜੀ ਕੋਲ ਆ ਗਏ। ਸ੍ਰੀ ਹਰਿ ਗੋਬਿੰਦ ਤਬ ਹੈ ਬਖਾਨਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਆਖਿਆ, ਸਦਾ ਮਸਤ ਹੀ ਸੋ ਪਹਿਚਾਨਾ। ਮਹਾਰਾਜ ਕਹਿਣ ਲੱਗੇ, ਹਾਂ ਇਹਨਾਂ ਦਾ ਸੁਭਾਅ ਹੈ ਸਦਾ ਹੀ ਨਾਮ ਵਿੱਚ ਲੀਨ ਹੀ ਰਹਿੰਦੇ ਹਨ। ਅਬ ਸ੍ਰੀ ਤੇਗ ਬਹਾਦਰ ਧੀਰ। ਤੇ ਹੁਣ ਇਹਨਾਂ ਨੇ ਨਾ ਕਰ ਦਿੱਤੀ ਹੈ, ਤੇ ਹੁਣ ਅਸੀਂ ਸ੍ਰੀ ਤੇਗ ਬਹਾਦਰ ਮਹਾਨ ਧੀਰਜ ਵਾਲੇ ਮਹਾਂਪੁਰਖ ਦੇ ਆਨੰਦ ਕਾਰਜ ਬਾਰੇ ਸੋਚ ਸਕਦੇ ਹਾਂ। ਬਾਲ ਆਰ ਬਲ ਦਿਪਤ ਸਰੀਰ। ਬਾਲ ਅਵਸਥਾ ਹੈ ਤੇ ਸਰੀਰ ਵੱਧਦਾ ਪਿਆ ਹੈ, ਮਸਤਕ ਡਲਕਾ ਮਾਰ ਰਿਹਾ ਹੈ। ਤਿਸ ਮਸਤਕ ਨਿਕਸਾਵੋ ਟੀਕਾ। ਤੁਸੀਂ ਵਿਆਹ ਦਾ ਟੀਕਾ ਗੁਰੂ ਤੇਗ ਬਹਾਦਰ ਸਾਹਿਬ ਜੋ ਉਸ ਵੇਲੇ ਬਾਲ ਅਵਸਥਾ ਸਨ, ਮਹਾਰਾਜ ਕਹਿਣ ਲੱਗੇ ਇਹਨਾਂ ਦੇ ਮਸਤਕ ਤੇ ਲਾ ਦਿਓ। ਕਰੋ ਸੁਧਾਵਨ ਸਮੋ ਸੁਨੀਕਾ। ਤੇ ਆਨੰਦ ਕਾਰਜ ਦਾ ਸਮਾਂ ਬਣਾ ਲਵੋ। ਤਬ ਗੁਰਦਾਸ ਜਾਏ ਕਰ ਕਹਿਓ। ਫਿਰ ਭਾਈ ਗੁਰਦਾਸ ਜੀ ਨੇ ਬਿਪਰ ਵਿਚੋਲੇ ਨੂੰ ਆਖਿਆ, ਜਹ ਸਿਰ ਤੇਗ ਬਹਾਦਰ ਲਹਿਓ। ਉਹਨਾਂ ਨੇ ਗੁਰੂ ਤੇਗ ਬਹਾਦਰ ਜੀਆਂ ਦੇ ਕੋਲ ਜਾ ਕੇ ਆਖਿਆ, ਗੁਰੂ ਹੁਕਮ ਕਰਵਾਓ ਸਗਾਈ। ਆਖਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੈ, ਵਿਆਹ ਕਰਵਾਓ, ਸਗਾਈ ਕਰਵਾ ਲਵੋ। ਹੇਤ ਤੁਮਾਰੇ ਸੋ ਚਲ ਆਈ। ਇਹ ਰਿਸ਼ਤਾ ਆਪ ਜੀ ਵਾਸਤੇ ਆਪ ਪਹੁੰਚਿਆ ਹੈ। ਸੁਨਤ ਕਹਿਓ ਆਇਸ ਗੁਰ ਕੇਰੀ। ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੁਣ ਕੇ ਆਖਣ ਲੱਗੇ, ਅੱਛਾ ਗੁਰੂ ਪਿਤਾ ਜੀ ਦਾ ਹੁਕਮ ਹੈ। ਸਭ ਸੁਭਦਾ ਕੋ ਸਕਹਿ ਨ ਫੇਰੀ। ਤੇ ਉਹਨਾਂ ਦਾ ਸਾਰਾ ਹਰ ਇੱਕ ਤਰ੍ਹਾਂ ਦਾ ਹੁਕਮ ਸ਼ੁਭ ਹੈ, ਸ਼ੁਭ ਫਲ ਦੇਣ ਵਾਲਾ ਹੈ। ਤੇ ਮੇਰੇ ਵਰਗੇ ਦੀ ਕੀ ਹਸਤੀ ਹੈ, ਉਹਨਾਂ ਦਾ ਹੁਕਮ ਟਾਲ ਦਿਓ। ਉਹਨਾਂ ਦਾ ਹੁਕਮ ਕੋਈ ਟਾਲ ਹੀ ਨਹੀਂ ਸਕਦਾ। ਮਾਨ ਹੈ ਸਦਾ ਸੀਸ ਧਰ ਹਮ ਹੀ। ਤੇ ਮੈਂ ਤਾਂ ਸਦਾ ਗੁਰੂ ਪਿਤਾ ਜੀ ਦਾ ਹੁਕਮ ਨਤਮਸਤਕ ਹੁੰਦਿਆਂ ਸੀਸ ਧਰ ਪ੍ਰਵਾਨ ਕਰਦੇ ਹਾਂ ਅਸੀਂ। ਦੇਤ ਦਾਤ ਜੋ ਹੋਤ ਨ ਕਮ ਹੀ। ਸਦਾ ਹੀ ਗੁਰੂ ਪਾਤਸ਼ਾਹ ਦਾਤਾਂ ਦਿੰਦੇ ਹਨ,
ਕਦੀ ਕਮੀ ਨਹੀਂ ਆਉਣ ਦਿੰਦੇ। ਲੈ ਸਤਿਗੁਰ ਕੇ ਨਿਕਟ ਬਿਠਾਇਓ, ਔਰ ਇਸ ਤਰ੍ਹਾਂ ਲਿਆ ਕੇ ਮਹਾਰਾਜ ਜੀਆਂ ਦੇ ਨੇੜੇ ਬਿਠਾਇਆ। ਆਨ ਵਿਪਰ ਕੋ ਤਬ ਹੈ ਦਿਖਾਇਓ। ਤੇ ਫਿਰ ਜਿਹੜਾ ਵਿਚੋਲਾ ਬਣ ਕੇ ਰਿਸ਼ਤਾ ਲੈ ਕੇ ਵਿਪਰ ਆਇਆ ਸੀ ਉਸ ਨੂੰ ਦਰਸ਼ਨ ਕਰਵਾਏ ਹਨ। ਸ੍ਰੀ ਹਰਿ ਗੋਬਿੰਦ ਕੇ ਢਿਗ ਸਾਦਰ, ਮਹਿਮਾ ਦੇ ਮਾਲਕ ਸ੍ਰੀ ਹਰੀ ਗੋਬਿੰਦ ਅਤਿਅੰਤ ਸਤਿਕਾਰ ਜਿਨ੍ਹਾਂ ਦਾ ਤਿੰਨਾਂ ਲੋਕਾਂ ਵਿੱਚ ਹੈ, ਜੋ ਹਰੀ ਗੋਬਿੰਦ ਰੂਪ ਹਨ, ਉਹਨਾਂ ਦੇ ਕੋਲ ਸਨਮਾਨ ਸਹਿਤ ਬਿਠਾਇਆ। ਆਨ ਬਿਠਾਏ ਤੇਗ ਬਹਾਦਰ। ਤੇ ਬ੍ਰਾਹਮਣ ਨੂੰ ਬਿਠਾਉਣ ਤੋਂ ਬਾਅਦ ਜਿਹੜਾ ਰਿਸ਼ਤਾ ਲੈ ਕੇ ਵਿਚੋਲਾ ਆਇਆ, ਫਿਰ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੂੰ ਵੀ ਲਿਆ ਕੇ ਬਿਠਾਇਆ ਹੈ। ਜਿਜਨੇ ਦੇਖ ਆਨੰਦ ਕੋ ਧਾਰਾ, ਤੇ ਮਹਾਰਾਜ ਜੀ ਦੇ ਸ੍ਰੀ ਚਰਨ ਕਮਲਾਂ ਦਾ, ਮੁਖ ਮੰਡਲ ਦਾ ਦੀਦਾਰ ਕਰਕੇ ਤੇ ਜਿਹੜਾ ਵਿਚੋਲਾ ਬ੍ਰਾਹਮਣ ਆਇਆ ਇਹ ਵੀ ਗਦ-ਗਦ ਹੋਇਆ, ਆਨੰਦ ਨਾਲ ਭਰ ਗਿਆ। ਮੁਖ ਪੰਕਜ ਮੈਂ ਦੀਨ ਛੁਹਾਰਾ। ਤੇ ਜਿਹੜਾ ਸੁਹਾਰਾ ਲਿਆ ਸੀ ਨਾ ਉਹ ਮਹਾਰਾਜ ਜੀ ਦੇ ਮੁਖੜੇ ਨਾਲ ਲਾ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਖੜੇ ਨਾਲ ਸੁਹਾਰਾ ਲਾ ਦਿੱਤਾ। ਦੇਖੋ ਕਿਤਨਾ ਖੁਸ਼ੀ ਦਾ ਸਮਾਂ ਹੈ। ਇੱਕ ਤਾਂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਾਹਿਬਜ਼ਾਦੇ ਨੂੰ ਵਿਆਹੁਣ ਵਾਸਤੇ ਆਏ ਨੇ, ਫੇਰੇ ਕਰਕੇ ਆਏ ਨੇ, ਤੇ ਦੂਜੇ ਸਾਹਿਬਜ਼ਾਦੇ ਦਾ ਉੱਥੇ ਹੀ ਸੁਹਾਰਾ ਲੱਗ ਗਿਆ। ਤੇ ਫਿਰ ਇੰਨਾ ਖੁਸ਼ੀ ਦਾ ਸਮਾਂ ਹੋਵੇ ਤੇ ਤੁਹਾਡਾ ਜੈਕਾਰਾ ਕਿੱਥੇ ਸੌਂ ਗਿਆ? ਜਗਾਓ ਜਰਾ। ਸਾਰੇ ਮਿਲ ਕੇ ਇਸ ਖੁਸ਼ੀ ਵਿੱਚ ਸ਼ਾਮਲ ਹੋਵੋ ਤੇ ਗੱਜ ਕੇ ਵੱਡਾ ਜੈਕਾਰਾ ਬੁਲਾਓ। ਇਸ ਤਰ੍ਹਾਂ ਮਹਿਮਾ ਦੇ ਮਾਲਕ, ਲਾਸਾਨੀ ਜੀਵਨ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਦਾ ਰਿਸ਼ਤਾ ਹੋ ਗਿਆ, ਸੁਹਾਰਾ ਲੱਗ ਗਿਆ। ਉਤਸਵ ਮੈਂ ਅਤ ਉਤਸਵ ਹੋਵਾ। ਇਹ ਪਹਿਲਾਂ ਹੀ ਖੁਸ਼ੀਆਂ ਦਾ ਸਮਾਂ ਤੇ ਹੋਰ ਜ਼ਿਆਦਾ ਕਈ ਗੁਣਾ ਖੁਸ਼ੀਆਂ ਵੱਧ ਗਈਆਂ। ਸਭ ਬਰਾਤ ਮਿਲ ਆਨੰਦ ਜੋਵਾ। ਤੇ ਸਾਰੇ ਬਾਰਾਤੀਆਂ ਦੀਆਂ ਬਾਂਸਾਂ ਖਿਲ ਗਈਆਂ ਬਈ ਇਹ ਤਾਂ ਕ੍ਰਿਸ਼ਮਾ ਹੀ ਹੋ ਗਿਆ ਹੈ। ਇੱਕ ਵਿਆਹ ਵਿੱਚ ਆਏ ਸੀ ਤੇ ਨਾਲ ਦੂਜਾ ਰਿਸ਼ਤਾ ਸੁਹਾਰੇ ਵਿੱਚ ਵੀ ਸ਼ਾਮਲ ਹੋ ਗਿਆ। ਉਚੇਚਾ ਦੁਬਾਰੇ ਨਹੀਂ ਆਉਣਾ ਪਿਆ, ਖੁਸ਼ੀਆਂ ਵਿੱਚ ਅਨੰਤ ਖੁਸ਼ੀਆਂ ਬਣ ਗਈਆਂ। ਬਾਜ ਉਠੇ ਦੁੰਦਬ ਸਦੀਆਨੇ। ਔਰ ਬਹੁਤ ਸਾਰੇ ਨਗਾਰੇ ਸਾਦੀਆਨੇ ਸਾਜ ਵੱਜੇ। ਕੋਤਕ ਹੋਤ ਅਨੇਕ ਮਹਾਨੇ। ਇਹ ਬਹੁਤ ਵੱਡਾ ਕੌਤਕ ਹੋ ਰਿਹਾ ਹੈ, ਮਹਾਨ ਹੈ, ਤੇ ਹੋਰ ਰੰਗ ਰਾਜ ਹੋ ਰਹੇ ਹਨ। ਅਧਿਕ ਦਾਨ ਸਤਿਗੁਰ ਤਬ ਦੀਨਾ। ਤੇ ਮਹਿਮਾ ਦੇ ਮਾਲਕ ਗੁਰੂ ਪਾਤਸ਼ਾਹ ਜੀ ਨੇ ਬਹੁਤ ਲੋੜਵੰਦਾਂ ਦੀਆਂ ਝੋਲੀਆਂ ਬਰਕਤਾਂ ਨਾਲ, ਧਨ ਨਾਲ ਔਰ ਜ਼ਰੂਰਤਾਂ ਦੀਆਂ ਵਸਤੂਆਂ ਨਾਲ ਭਰ ਦਿੱਤੀਆਂ। ਮਿਲੇ ਬ੍ਰਿੰਦ ਜਾਚਕ ਧਨ ਲੀਨਾ। ਬਹੁਤ ਸਾਰੇ ਮਹਾਰਾਜ ਜੀ ਦੇ ਕੋਲੋਂ ਯਾਚਨਾ ਕਰਨ ਲਈ, ਜਿਵੇਂ ਆਪਾਂ ਸਾਰੇ ਆਏ ਹੋਏ, ਇਸ ਤਰ੍ਹਾਂ ਮਹਾਰਾਜ ਕੋਲੋਂ ਬਰਕਤਾਂ ਲਈਆਂ। ਸਭਨ ਵਿਖੇ ਛਾਇਓ ਆਨੰਦ। ਸਾਰਿਆਂ ਵਿੱਚ ਆਨੰਦ ਜਿਹੜਾ ਉਹ ਬਰਸ ਪਿਆ ਹੈ। ਦਸਹੂ ਦਿਸ ਜਸ ਭਇਓ ਬਿਲੰਦ। ਤੇ ਚਾਰੋਂ ਪਾਸੇ ਦਸਾਂ ਦਿਸ਼ਾਵਾਂ ਵਿੱਚ, ਚੌਂ ਕੁੰਟਾਂ ਵਿੱਚ ਮਹਾਰਾਜ ਜੀ ਦਾ ਜਸ ਬਹੁਤ ਹੋਇਆ। ਤੇ ਸਭ ਕਹਿੰਦੇ ਨੇ ਦੇਖੋ ਕੈਸੀ ਕਿਰਪਾ ਹੈ ਮਾਲਕ ਦੀ, ਕੈਸੀ ਰਜ਼ਾ ਗੁਰੂ ਸਾਹਿਬ ਦੀ। ਇੱਕ ਪੁੱਤਰ ਵਿਆਹ ਕੇ ਤੇ ਦੂਜੇ ਦਾ ਰਿਸ਼ਤਾ ਨਾਲ ਲੈ ਕੇ ਜਾ ਰਹੇ ਆ। ਇਹ ਬੜਾ ਆਨੰਦ ਦਾ ਸਮਾਂ ਬਣ ਗਿਆ। ਦੋਹਰਾ ਤੀਨ ਦਿਵਸ ਜਸ ਕੇ ਰਚਿਤ ਰਹੇ ਨਗਰ ਕਰਤਾਰ। ਇਸ ਤਰ੍ਹਾਂ 3 ਦਿਨ ਮਹਾਰਾਜ ਜੀ ਦਾ ਜਸ ਕਰਤਾਰਪੁਰ ਵਿੱਚ ਹੁੰਦਾ ਰਿਹਾ। ਜਸ ਦੀ ਭਾਵ ਵਡਿਆਈ ਦੀ, ਵਿਆਹ ਆਨੰਦ ਕਾਰਜ ਦੀ ਜਸ ਵਾਲੇ ਢੰਗ ਨਾਲ ਕਰਦੇ ਰਹੇ, ਵਿਆਹ ਦੇ ਚਰਚੇ ਹੁੰਦੇ ਰਹੇ। ਪ੍ਰੇਮ ਚਾਂਦ ਚਿਤ ਪ੍ਰੇਮ ਬੋਹ ਸੇਵੇ ਵਿਬਦ ਪ੍ਰਕਾਰ। ਬਾਬਾ ਪ੍ਰੇਮ ਚੰਦ ਜੀ ਦੇ ਹਿਰਦੇ ਵਿੱਚ ਤੇ ਸੋਭਾ ਦੇਈ ਜੀ ਦੇ ਹਿਰਦੇ ਵਿੱਚ ਬਹੁਤ ਆਨੰਦ ਹੈ ਤੇ ਅਨੇਕਾਂ ਪ੍ਰਕਾਰ ਨਾਲ ਸੇਵਾ ਕਰ ਰਹੇ ਹਨ। ਚੋਪਈ ਕਰਨ ਵਿਸਰਜਣ ਹੇਤ ਹਕਾਰੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੁਣ ਅਸੀਂ ਘਰ ਨੂੰ ਜਾਣਾ ਡੋਲਾ ਲੈ ਕੇ, ਤੇ ਆਗਿਆ ਮਿਲੀ ਤਾਂ ਬਾਬਾ ਪ੍ਰੇਮ ਚੰਦ ਜੀ ਸਾਰਾ ਪਰਿਵਾਰ ਆਪਣੀ ਬੱਚੀ ਖੇਮ ਕੌਰ ਜੀ ਨੂੰ, ਜੋ ਬਾਬਾ ਸੂਰਜਮਲ ਜੀ ਦੇ ਮਹਿਲ ਹੋਏ
ਉਹਨਾਂ ਨੂੰ ਤੋਂ ਡੋਲੇ 'ਚ ਤੋਰਨ ਵਾਸਤੇ ਬਾਦਤ ਬਜਤ ਆਏ ਤਿਸ ਦੁਆਰੇ। ਬਹੁਤ ਖੁਸ਼ੀਆਂ ਦੇ ਵਾਜੇ ਵੱਜਣ ਲੱਗ ਪਏ ਦਰਵਾਜ਼ੇ ਦੇ ਸਾਹਮਣੇ। ਯਥਾ ਸਕਤ ਦਾਇਜ ਧਰ ਦੀਨ। ਜੋ ਉਹਨਾਂ ਨੇ ਮਨ ਵਿੱਚ ਬਣਿਆ, ਜੋ ਉਹਨਾਂ ਕੋਲੋਂ ਉਹਨਾਂ ਮਹਾਰਾਜ ਜੀ ਦੇ ਚਰਨਾਂ 'ਚ ਭੇਟਾਵਾਂ ਰੱਖੀਆਂ। ਇਹਨੂੰ ਕੁਝ ਵਿਦਵਾਨ ਕਹਿੰਦੇ ਦਾਜ ਦਿੱਤਾ ਹੈ, ਪਰ ਦਾਜ ਲੈਣ ਦੀ ਪ੍ਰਥਾ ਗੁਰਮਤਿ ਵਿੱਚ ਨਹੀਂ ਹੈਗੀ। ਇੱਥੇ ਦਾਜ ਦੀ ਤਾਂ ਜਿਹੜੀ ਗੱਲ ਹੈਗੀ ਹੈ ਉਹ ਨਾਮ ਮੰਗਿਆ ਜਾਂਦਾ। ਹਰ ਬ੍ਰਹਮ ਮੇਰੇ ਬਾਪ ਬੋਲਾ, ਹਰ ਦੇਵੋ ਦਾਨ ਮੈਂ ਦਾਜੋ। ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਦਾ ਆਛਾਦਨ ਮਿਲੇ, ਉਹੀ ਭੋਜਨ ਮਿਲੇ, ਉਹੀ ਯਸ਼ ਮਿਲੇ। ਨਾਮ ਦੀ ਦਾਤ ਦਾ ਦਾਸ ਦਾ ਜ਼ਿਕਰ ਹੈਗਾ ਹੈ, ਬਾਕੀ ਇਹ ਡੌਰੀ ਦਾ ਜ਼ਿਕਰ ਨਹੀਂ। ਉਹਨਾਂ ਨੇ ਬਹੁਤ ਭੇਟਾਵਾਂ ਮਹਾਰਾਜ ਨੂੰ ਅਰਪਣ ਕੀਤੀਆਂ। ਹੱਥ ਜੋੜ ਪੁਨ ਕਹਿਓ ਪ੍ਰਵੀਨ। ਤੇ ਫਿਰ ਇਸ ਤਰ੍ਹਾਂ ਹੱਥ ਜੋੜ ਕੇ ਬੇਨਤੀ ਵੀ ਕੀਤੀ। ਹੋਤੇ ਸਰਿਓ ਨਹੀਂ ਕੁਛ ਕਾਜਾ। ਭਾਈ ਪ੍ਰੇਮ ਚੰਦ ਜੀ ਦੇ ਨੇਤਰਾਂ ਵਿੱਚ ਮੋٹے ਮੋٹے ਹੰਝੂ ਆ ਗਏ ਤੇ ਸਿਰ ਝੁਕਾ ਕੇ ਗਲ ਪੱਲਾ ਪਾ ਕੇ ਹੱਥ ਜੋੜ ਕੇ ਅਤਿਅੰਤ ਵਿਨਮਰ ਹੋ ਕੇ ਆਖਣ ਲੱਗੇ, ਸੱਚਿਆ ਪਾਤਸ਼ਾਹ ਤੂੰ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਤੂੰ ਵਲੀ ਹੈ ਦੇ ਸਲਤਨਤਾਂ ਦੇਣ ਵਾਲਾ ਤੇ ਅਨੰਤ ਬ੍ਰਹਿਮੰਡਾਂ ਦਾ ਮਾਲਕ। ਮੈਂ ਗਰੀਬ ਸਿੱਖ ਆਪ ਦੀ ਕੋਈ ਸੇਵਾ ਨਹੀਂ ਕਰ ਸਕਿਆ, ਮੇਰੇ ਕੋਲੋਂ ਕੋਈ ਸੇਵਾ ਨਹੀਂ ਸਰੀ ਹੈ। ਰਾਖੀ ਲਾਜ ਗਰੀਬ ਨਿਵਾਜਾ। ਸੱਚੇ ਪਾਤਸ਼ਾਹ ਆਪ ਗਰੀਬ ਨਵਾਜ਼ ਹੋ ਤੇ ਮੇਰੀ ਗਰੀਬ ਦੀ ਨਾਜ਼ ਰੱਖ ਲਈ। ਦੇਖੋ ਕੈਸੀ ਭਾਵਨਾ ਹੈ। ਇੱਕ ਦਾਸੀ ਮੈਂ ਦੋਹਿਤਾ ਦਈ। ਮਹਾਰਾਜ ਆਪ ਜੀ ਦੇ ਘਰ ਵਿੱਚ ਦਾਸੀ ਰੂਪ ਵਿੱਚ ਮੈਂ ਆਪਣੀ ਪੁੱਤਰੀ ਅਰਪਣ ਕਰ ਦਿੱਤੀ ਹੈ। ਲਖ ਅਨਾਥ ਮੈਂ ਕਰੁਣਾ ਭਈ। ਤੇ ਮਹਾਰਾਜ ਇਹ ਵੀ ਜਿਹੜੀ ਖੇਡ ਵਰਤੀ ਹੈ, ਮੈਨੂੰ ਅਨਾਥ ਗਰੀਬ ਜਾਣ ਕੇ ਆਪ ਜੀ ਨੇ ਕਰੁਣਾ ਬਰਸਾਈ ਹੈ। ਸ੍ਰੀ ਹਰਗੋਬਿੰਦ ਸੁਨਤ ਬਖਾਨਾ। ਫਿਰ ਮਹਿਮਾ ਦੇ ਮਾਲਕ ਛੇਵੇਂ ਪਾਤਸ਼ਾਹ ਇਸ ਤਰ੍ਹਾਂ ਪ੍ਰੇਮ ਭਿੱਜੀਆਂ ਬੇਨਤੀਆਂ ਸੁਣ ਕੇ ਤੇ ਆਪਣੀ ਮੁਬਾਰਕ ਰਸਨਾ ਤੋਂ ਆਖਣ ਲੱਗੇ, ਦੋਹਿਤਾ ਦੀਨ ਕਹਾਂ ਰਹਿ ਆਨਾ। ਮਹਾਰਾਜ ਕਹਿਣ ਲੱਗੇ, ਪ੍ਰੇਮ ਚੰਦ ਜੀ ਜਿਹੜਾ ਬੱਚੀ ਦੇ ਦਿੰਦਾ ਹੈ ਨਾ, ਉਹ ਬਾਕੀ ਕੁਛ ਨਹੀਂ ਰੱਖ ਲੈਂਦਾ, ਹੋਰ ਕੁਝ ਬਾਕੀ ਨਹੀਂ ਰਹਿ ਜਾਂਦਾ। ਜੇ ਕੰਨਿਆ ਅਰਪਣ ਕੀਨਸ ਤੇ ਪਾਛੇ ਕਿਆ ਰੱਖ ਲੀਨਸ। ਜਿਹਨੇ ਆਪਣੀ ਬੱਚੀ ਭੇਟਾ ਕਰ ਦਿੱਤੀ, ਉਸਨੇ ਬਾਕੀ ਕੀ ਰੱਖ ਲਿਆ। ਅਸੀਂ ਖਾਲੀ ਝੋਲੀ ਲੈ ਕੇ ਆਏ ਸੀ, ਤੁਸੀਂ ਸਾਡੀ ਝੋਲੀ ਵਿੱਚ ਆਪਣੀ ਬੱਚੀ ਦਾ ਦਾਨ ਪਾ ਦਿੱਤਾ। ਅਸੀਂ ਦਾਨ ਲੈ ਕੇ ਜਾ ਰਹੇ ਹਾਂ। ਜਥਾ ਸਕਤ ਸੇਵਾ ਸਭ ਕੀਨ। ਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸੇਵਾ ਕੀਤੀ ਹੈ। ਗੁਰਸਿੱਖਾਂ ਕੀ ਖੁਸ਼ੀ ਸੋਲੀਨ। ਤੇ ਗੁਰਸਿੱਖਾਂ ਦੀਆਂ ਤੁਸੀਂ ਖੁਸ਼ੀਆਂ ਲਈਆਂ, ਉਹਨਾਂ ਦੀ ਬਹੁਤ ਸੇਵਾ ਕੀਤੀ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਗੱਲ ਨਾਲ ਲਾਉਂਦੇ ਨੇ। ਅਗਲਾ ਪ੍ਰਸੰਗ ਗੁਰੂ ਮੇਲ ਸਦਕਾ, ਬਖਸ਼ਿਸ਼ ਸਦਕਾ ਕੱਲ ਸੁਣਨਾ ਨਸੀਬ ਹੋਵੇਗਾ। ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੇ 2 ਮਿੰਟ ਰਲ ਕੇ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ, ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਵਾਹਿਗੁਰੂ
ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।